ਪੰਜਾਬੀ ਰੇਡੀਓ ਯੂਐਸਏ ਦੇ ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਅਸੀਂ ਜੁੜਦੇ ਹਾਂ ਮਿੰਟੂ ਗੁਰਸਰੀਗਾ ਜੀ ਦੇ ਨਾਲ। ਮਾਫ ਕਰਨਾ, ਇੱਕ ਤਕਨੀਕੀ ਕਾਰਨ ਕਰਕੇ ਆਪਣਾ ਰਾਬਤਾ ਥੋੜਾ ਲੇਟ ਹੋ ਗਿਆ। ਆਓ ਜੁੜਦੇ ਹਾਂ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਦੇ ਹਾਂ ਅਹਿਮ ਖਬਰਾਂ ਦੀ ਤਫਸੀਲ। ਮਿੰਟੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡਾ ਪੰਜਾਬੀ ਰੇਡੀਓ ਯੂਐਸਏ ਤੇ। ਧੰਨਵਾਦ ਜੀ, ਧੰਨਵਾਦ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਮਿੰਟੂ ਜੀ, ਪਹਿਲੀ ਖਬਰ ਦੇ ਵੱਲ ਵਧ ਗਏ। ਚਰਚਾ ਬੜੀ ਹੈ ਵੀ ਕੱਲ ਇਹਨਾਂ ਚੀਜ਼ਾਂ ਬਾਰੇ ਚਰਚਾ ਹੋ ਰਹੀ ਸੀ, ਪਰ ਕਨਫਰਮੇਸ਼ਨ ਨਹੀਂ ਸੀ ਵੀ ਕੇਜਰੀਵਾਲ ਨੇ ਕਿਤੇ ਪੰਜਾਬ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਵੀ ਤੇ ਨਹੀਂ ਕੀਤੀ। ਪਰ ਦੱਸਦੇ ਆ ਵੀ ਮੀਟਿੰਗ ਹੋ ਗਈ ਹੈ ਤੇ ਕੇਜਰੀਵਾਲ ਵੀ ਕਸੂਤੇ ਕਰ ਗਏ ਆ ਜੀ। ਦੇਖੋ, ਗੱਲ ਕੀ ਹੈ ਕਿ ਮੀਟਿੰਗ ਦਾ ਤਾਂ ਪਤਾ ਲੱਗ ਗਿਆ ਸੀਗਾ, ਕੱਲ ਹੀ ਪਤਾ ਲੱਗਿਆ ਸੀਗਾ ਕਿ ਮੀਟਿੰਗ ਹੋਈ ਆ। ਕਿਉਂਕਿ ਜੇ ਮੀਟਿੰਗ ਨਾ ਹੋਈ ਹੋਵੇ ਤੇ ਇਸ ਤਰ੍ਹਾਂ ਦੀ ਖਬਰ, ਜਿਹੜੀ ਫਾਲਸ ਖਬਰ ਫੈਲਾਉਣ ਦੇ ਦੋਸ਼ ਦੇ ਵਿੱਚ ਕੋਈ ਵੀ ਬੰਦਾ ਕਸੂਤਾ ਕਰ ਜਾਏਗਾ। ਕਿਉਂਕਿ ਇਹ ਕੋਈ ਇਸ ਤਰ੍ਹਾਂ ਤੇ ਹੈ ਨਹੀਂ ਕਿ ਕਿਸੇ ਐਸਡੀਐਮ ਨਾਲ ਜੁੜੀ ਹੈ ਜਾਂ ਨਾਇਬ ਤਹਿਸੀਲਦਾਰ ਦੇ ਨਾਲ ਜੁੜੀ ਹੈ। ਖਬਰ ਜੁੜੀ ਹੈ ਸਾਡੇ ਜਿਹੜੇ ਚੀਫ ਸੈਕਟਰੀ ਉਹਦੇ ਨਾਲ, ਜੋ ਪਾਵਰ ਦੇ ਸੈਕਟਰੀ ਉਹਦੇ ਨਾਲ, ਪਾਵਰਕਾਮ ਦੇ ਜਿਹੜੇ ਚੇਅਰਮੈਨ ਆ ਉਹਨਾਂ ਦੇ ਨਾਲ। ਸੋ ਇਸ ਕਰਕੇ ਇਹ ਬਹੁਤ ਮਤਲਬ ਕਿ ਬੜਾ, ਜਿੱਦਾਂ ਕਹੀਏ ਕਿ ਘੱਟ ਸੰਭਾਵਨਾ ਵਾਲਾ ਸਵਾਲ ਹੁੰਦਾ ਹੈ ਕਿ ਯਾਰ ਇਹ ਖਬਰ ਜਿਹੜੀ ਫੇਕ ਹੋ ਸਕਦੀ ਹੈ। ਹਾਂ, ਆਫੀਸ਼ੀਅਲੀ ਤੇ ਪੁਸ਼ਟੀ ਇਹਦੀ ਹਾਲੇ ਵੀ ਨਹੀਂ ਹੈਗੀ। ਕਿਸੇ ਅਫਸਰ ਨੇ ਇਹ ਨਹੀਂ ਕਿਹਾ ਕਿ ਮੈਂ ਕਰਕੇ ਆਇਆ। ਮੈਂ ਖੁਦ ਬਲਦੇਵ ਸਿੰਘ ਸਰਾਂ ਹੋਰਾਂ ਨੂੰ ਭੇਜਿਆ ਹੋਇਆ ਮੈਸੇਜ, ਨਹੀਂ ਜਵਾਬ ਦੇ ਰਹੇ, ਫੋਨ ਨਹੀਂ ਚੱਕ ਰਹੇ। ਤਾਂ ਕਹਿਣ ਦਾ ਮਤਲਬ ਕਿ ਕਨਫਰਮੇਸ਼ਨ ਤੇ ਹਾਲੇ ਵੀ ਆਫੀਸ਼ੀਅਲੀ ਨਹੀਂ ਹੈ। ਪਰ ਜਦੋਂ ਹੁੰਦਾ ਕੀ ਆ ਕਿ ਕੋਈ ਸਰਕਾਰ ਜਿਹੜੀ ਹੈ, ਕਿਉਂਕਿ ਇਹਦੇ ਵਿੱਚ ਦੋ ਸਰਕਾਰਾਂ ਇਨਵੋਲਵ ਆ, ਪੰਜਾਬ ਪੂਰਨ ਸਟੇਟ ਤੇ ਦਿੱਲੀ ਅਰਧ ਸਟੇਟ, ਦੋ ਗਵਰਨਮੈਂਟਾਂ, ਡੇਢ ਕਹਿ ਲਓ, ਡੇਢ ਗਵਰਨਮੈਂਟਾਂ ਇਨਵੋਲਵ ਆ। ਤੇ ਕਿਸੇ ਵੱਲੋਂ ਜੇ ਖੰਡਨ ਨਹੀਂ ਆਇਆ ਤੇ ਇਹਦਾ ਮਤਲਬ ਆ ਕਿ ਆਪਣੇ ਆਪ ਇਸ ਗੱਲ ਤੇ ਮੋਹਰ ਲੱਗ ਜਾਂਦੀ ਹੈ। ਔਰ ਸੈਕੰਡ ਚੀਜ਼, ਇਹਨਾਂ ਦੇ ਅੱਜ ਇੱਕ ਮਿਨਿਸਟਰ ਨੇ, ਲਾਲਜੀਤ, ਜਿਹੜੇ ਟਰਾਂਸਪੋਰਟ ਮਿਨਿਸਟਰ ਆ, ਉਹਨਾਂ ਨੇ ਸਾਫ਼ ਹੀ ਕਹਿ ਦਿੱਤਾ, ਉਹ ਕਹਿੰਦੇ ਕਿ ਉਹ ਸਾਡੇ ਬੌਸ ਨੇ, ਸਾਡੇ ਸੁਪਰੀਮ ਨੇ, ਉਹ ਸਾਡੇ ਸੁਪਰੀਮ ਨੇ, ਜੋ ਮਰਜ਼ੀ ਕਰਨਾ, ਕਿਸੇ ਨੂੰ ਕੀ ਤਕਲੀਫ ਹੈ, ਗੱਲ ਹੀ ਖਤਮ ਹੈ। ਉਹਨਾਂ ਨੇ ਇਹ ਤਾਂ ਕਿਹਾ ਹੀ ਨਹੀਂ ਕਿ ਮੀਟਿੰਗ ਨਹੀਂ ਹੋਈ। तो ऑफिशियली कन्फर्मेशन नहीं हुई, पर बावजूद इसके सीधे ढंग नाल कन्फर्म है। सो इस करके ये जिहड़ा झंझट आ वो इन्हां नूं बहुत ज्यादा पुट्ठा पैण जा रहा है। और वैसे इन्हां नूं धन्नवादी होना चाहिए। सिद्धू मूसेवाला दिल दा नहीं माड़ा, उन्हें ऐन मौके ते टका के गीत कढ़ दिता, उस गीत ने रौला कढ़ दिता, रौले दा लोकां ने धुआं कढ़ दिता ते इन्हां दा खड़ा छड्ड दिता। नहीं तां ऐसे कन्नों फड़े सी सवेर दे लोकां ने कि बहुत धुआ घड़ीस होण डई सी। हुण इह आ कि चलो गीत दे विच थोड़ा जिहा रल मल गया कम ते थोड़ा ठंडा हो गया। सो ये इन्हां ने जिहड़ी मीटिंग कीती आ, इहदे विच ये नहीं हैगा कि वो सुप्रीमो आ, बॉस आ, ऐसी गल नहीं है। क्योंकि ये अजे तक कोई संविधानक मिसाल नहीं मिलती इस तरह की कि किसी अर्ध स्टेट का कोई चीफ मिनिस्टर किसी पूर्ण स्टेट की टॉप ब्यूरोक्रेसी नूं अपने दरबार च सदे, और वो भी विदाउट चीफ मिनिस्टर, विदाउट साडे पावर मिनिस्टर। क्योंकि देखो गल की है कि ठीक है तुहाडा सुप्रीमो तुहाडा बॉस है, पर तुसीं इत्थे संविधान दे मतलब कि दायरे च वज के एक सौं चुकी हुई है कि असीं अपने अहुदे दे भेत या जो भी मर्यादावां वो सारियां दी पालना करांगे। तो ये पालना नहीं होंदी, ये पालना नहीं होंदी कि तुसीं गैर रस्मी तौर ते जाके उत्थे सारे अपने प्लान पेश करदे फिरो, कोई बंदा तुहानूं तलब कर लवे। तो इस करके ना तो अखलाकी तौर पर ठीक है कि भगवंत मान नूं बाईपास करके उहदी अफसरशाही नूं उत्थे दिल्ली सद्दिया जांदा, ते ना ही संविधानक तौर पर सही है। ऐसी मिसाल जे पैन लगी ये ते देखो, ये पंजाबी जिहड़े लोग है साडे जज्बाती लोग, इन्हां ने इहो ਜਿਹੇ लोग जिता दिते जिन्हां चों कईयां नूं पता ही नहीं हैगा कि गल्लां दे गा नतीजे की निकलदे आ। कल नूं फर्ज करो अरविंद केजरीवाल उत्ते सद के आखे SYL कढा दिओ बई, ओए ते तुसीं कह दिओ साडा सुप्रीमो है जी, साडा सुप्रीमो है जी, कोई गल नहीं है, तुसीं की लैणा। उन्हां ने राज सभा दे मैंबरां दी लिस्ट घल दित्ती, तुहानूं साडा सुप्रीमो है जी, तुसीं की लैणा। ਉਹ ਵੋਟਾਂ ਲੋਕਾਂ ਤੋਂ ਲਈਆਂ, ਤੁਸੀਂ ਹੁਣ ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਕੀ ਲੈਣਾ। ਉਹ ਰਾਘਵ ਚੱਡਾ ਉੱਥੇ ਮੀਟਿੰਗ ਦੇ ਵਿੱਚ ਬੈਠਾ ਦੱਸੀਦਾ, ਸਤਿੰਦਰ ਜੈਨ ਮੀਟਿੰਗ ਦੇ ਵਿੱਚ ਬੈਠਾ ਦੱਸੀਦਾ, ਤੇ ਇੱਥੇ ਦਾ ਜਿਹੜਾ ਪਾਵਰ ਮਿਨਿਸਟਰ ਹੈ ਉਹ ਵਿਚਾਰਾ ਉੱਥੇ ਅੱਡੀਆਂ ਘੜੀਸਦਾ ਫਿਰਦਾ, ਕਦੇ ਉਸ ਦਫ਼ਤਰ ਕੇਂਦਰੀ ਵਜ਼ੀਰ ਕੋਲ, ਕਦੇ ਉਸ ਦਫ਼ਤਰ ਕੋਲਾ ਦੇ ਦਿਓ ਜੀ, ਥੋੜਾ ਜਿਹਾ ਕੋਲਾ ਦੇ ਦਿਓ ਜੀ, ਕੋਲਾ ਦੇ ਦਿਓ ਜੀ, ਥੋੜਾ ਕੋਲਾ ਦੇ ਦਿਓ, ਸਾਡਾ ਕੰਮ ਚੱਲ ਜਾਏ। ਤਾਂ ਉਹ ਮਿਨਿਸਟਰ ਮਤਲਬ ਕਿ ਮਿੰਨਤਾਂ ਕਰ ਲਈ ਸਾਡੇ ਪੰਜਾਬੀ ਮਿਨਿਸਟਰ ਰੱਖੇ ਆ, तलब करने वास्ते, दरबार सजाने वास्ते तुसी बैठे हो। ये कैसी रीत है भाई? ते ओहो जे मंत्री है
ਜਿਹੜੇ ਕਹਿ ਰਹੇ ਆ ਕਿ ਹਾਂਜੀ ਹਾਂਜੀ ਠੀਕ ਆ। ਵਾਹ ਜੀ ਵਾਹ, ਇਹੋ ਜੀ ਸਰਕਾਰ ਤੇ ਇਹੋ ਜੀ ਗਵਰਨਮੈਂਟ ਤੇ ਮੇਰੇ ਖਿਆਲ ਦੇ ਨਾਲ ਸੁਪਨੇ 'ਚ ਵੀ ਨਹੀਂ ਲੋਕਾਂ ਨੇ ਸੋਚੀ ਹੋਣੀ ਕਿ ਵਾਹ ਬਈ ਵਾਹ, ਇੰਨਾ ਦਾਬਾ ਤੁਹਾਨੂੰ। ਸੋ ਗੱਲ ਇਹ ਹੈ ਕਿ ਇਹ ਪਿਰਤ ਠੀਕ ਨਹੀਂ ਹੈ, ਇਹ ਰੀਤ ਠੀਕ ਨਹੀਂ ਹੈ ਜੋ ਹੋਇਆ, ਕਿਉਂਕਿ ਇਹਨਾਂ ਨੇ ਖੰਡਨ ਨਹੀਂ ਕੀਤਾ, ਉਲਟਾ ਰਾਘਵ ਚੱਡਾ ਨੇ ਇੱਕ ਮਾਹੌਲ ਕੀਤਾ, ਇੱਕ ਮਜ਼ਾਕ ਕੀਤਾ ਹੈ। ਉਦਾਂ ਤੇ ਉਹ ਸਾਡੇ ਸੰਵੇਦਨਸ਼ੀਲ ਮੁੱਦਿਆਂ ਤੇ ਬੋਲਦਾ ਤੱਕ ਨਹੀਂ ਹੈ। ਹੁਣ ਉਹ ਟਵੀਟ ਕਰ ਰਿਹਾ ਵਾ ਕਿ ਦੇਖੋ ਜੀ ਇਹ ਸੁਪਰ ਹਿੱਟ ਜੋੜੀ ਹੈ, ਜਿਵੇਂ ਪੁਰਾਣੀਆਂ ਕੈਸਟਾਂ ਤੇ ਲਿਖਿਆ ਹੁੰਦਾ ਸੀਗਾ ਕਿ ਦੋ ਗਾਣਿਆਂ ਦੀ ਸੁਪਰ ਹਿੱਟ ਜੋੜੀ। ਉਹ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੂੰ ਕਹਿ ਰਿਹਾ ਕਿ ਸੁਪਰ ਹਿੱਟ ਜੋੜੀ ਹੈ, ਲੀਡਰ ਜੈਲਸ ਕਰਦੇ ਨੇ ਇਹਨਾਂ ਤੋਂ, ਸੜੀ ਜਾਓ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਮਤਲਬ ਜਿਹੜੇ ਅਸੀਂ ਇਹ ਗੱਲ ਕਹਿ ਰਹੇ ਹਾਂ ਕਿ ਭਗਵੰਤ ਸਿੰਘ ਮਾਨ ਨੂੰ ਕਿਉਂ ਬਾਈਪਾਸ ਕੀਤਾ ਜਾ ਰਿਹਾ, ਅਸੀਂ ਲੀਡਰ ਨਹੀਂ ਪਰ ਅਸੀਂ ਬੁਰੀ ਨਜ਼ਰ ਵਾਲੇ ਹੋ ਗਏ। ਜਿਹੜੇ ਅਸੀਂ ਕਹਿ ਰਹੇ ਕਿ ਸਾਡਾ ਪਾਵਰ ਮਿਨਿਸਟਰ ਜੀ, ਉਹ ਜੇ ਤੁਸੀਂ ਬਿਜਲੀ ਦੇ ਮਾਮਲੇ 'ਚ ਕੋਈ ਫੈਸਲਾ ਲੈਣਾ, ਉਹ ਬਾਈਪਾਸ ਕਿਸ ਤਰ੍ਹਾਂ ਹੋ ਗਿਆ ਬਈ, ਤੇ ਬੁਰੀ ਨਜ਼ਰ ਆ। ਸੋ ਕੱਲ ਨੂੰ ਕੁਝ ਹੋਰ ਵੀ ਕਹਿ ਦੇਣਗੇ, ਤਿਆਰ ਰਹਿਣਾ ਚਾਹੀਦਾ ਕਿਉਂਕਿ ਬਦਲਾਅ ਹੈ, ਬਦਲਾਅ ਦੇ ਵਿੱਚ ਸਾਰਾ ਕੁਝ ਹੁੰਦਾ। ਇੱਕ ਨਾ ਪੰਜਾਬੀ ਦੇ ਵਿੱਚ ਕਹਾਵਤ ਆ, ਘਰ-ਬਾਰ ਤੇਰਾ ਕੋਠੀ ਨੂੰ ਹੱਥ ਨਾ ਲਾਈ। ਜੀ, ਘਰ-ਬਾਰ ਤੇਰਾ ਆ, ਮਤਲਬ ਕਿ ਕਹਿਣ ਨੂੰ ਜੋ ਮਰਜ਼ੀ ਦਮ ਦਲਾਸਾ ਦੇਣਾ, ਦਮ ਦਲਾਸਾ ਦੇ ਦੇਣਾ ਕਿ ਹਾਂ ਠੀਕ ਹੈ ਸਭ ਕੁਝ ਤੇਰਾ ਹੈ, ਪਰ ਜੇ ਉਹ ਕੱਟੇ ਨੂੰ ਵੀ ਹੱਥ ਪਾਵੇ ਤਾਂ ਪਿੱਛੇ ਹਟ ਜਾ, ਹੱਥ ਨਾ ਲਾਈ। ਸੋ ਗੱਲ ਇਹ ਹੈ ਕਿ ਘਰ-ਬਾਰ ਤੇਰਾ ਕਹਿਣ ਨੂੰ ਕਹਿੰਦੇ ਕਿ ਪੰਜਾਬ ਤੁਹਾਡਾ ਹੈ, ਪੰਜਾਬੀਓ ਅਸੀਂ ਕੀ ਲੈਣਾ ਹੈ, ਅਸੀਂ ਤੇ ਦਾਸ ਆ, ਅਸੀਂ ਤੇ ਸੇਵਾਦਾਰ ਆ, ਪਰ ਘਰ-ਬਾਰ ਤੇਰਾ ਕੋਠੀ ਨੂੰ ਹੱਥ ਨਾ ਲਾਈ। ਹਾਲ ਇਹੋ ਜਿਹਾ ਚੱਲਣ ਡਿਆ। ਸੋ ਕਾਫੀ ਹਮਲੇ ਹੋਏ ਨੇ ਇਹਨਾਂ ਤੇ ਸਿਆਸੀ ਤੌਰ ਤੇ, ਕੋਈ ਮਤਲਬ ਕਿ ਇਹਨਾਂ ਦਾ ਕੋਈ ਠੋਸ ਪ੍ਰਤੀਕਰਮ ਨਹੀਂ ਆਇਆ ਇਹਦੇ ਵਿੱਚ। ਜੇ ਤੁਸੀਂ ਵੇਖੋਗੇ ਭਾਰਤੀ ਜਨਤਾ ਪਾਰਟੀ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਭਗਵੰਤ ਮਾਨ ਨੂੰ ਰਬੜ ਦੀ ਮੋਹਰ ਦੱਸ ਦਿੱਤਾ ਹੈ। ਮਨੋਰੰਜਨ ਕਾਲੀਆ ਨੇ ਰਾਜਪਾਲ ਨੂੰ ਚਿੱਠੀ ਲਿਖ ਦਿੱਤੀ ਹੈ, ਇਹ ਸੰਵਿਧਾਨਕ ਭਾਵਨਾ ਦੇ ਉਲਟ ਹੋਇਆ ਵਰਤਾਰਾ ਹੈ, ਇਹਦੇ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਮਾਮਲਾ ਕੋਰਟ 'ਚ ਵੀ ਚਲਾ ਜਾਵੇ, ਮੈਂ ਗਾਂ ਦੀ ਗੱਲ ਕਰ ਰਿਹਾ, ਜਿਨ੍ਹਾਂ ਕੋ ਮੈਨੂੰ ਜਾਪਦਾ ਹੋ ਸਕਦਾ ਕੋਰਟ ਦੇ ਵਿੱਚ ਵੀ ਚਲਾ ਜਾਵੇ। ਸੁਖਬੀਰ ਸਿੰਘ ਬਾਦਲ ਨੇ ਵੀ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕੇਜਰੀਵਾਲ ਨੂੰ ਘੇਰਿਆ। ਸੁਖਪਾਲ ਸਿੰਘ ਖਹਿਰਾ ਤੋਂ ਲੈ ਕੇ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਰਿਆਂ ਨੇ ਹੀ ਇਹ ਮਸਲਾ ਜਿਹੜਾ ਚੁੱਕਿਆ ਹੋਇਆ। ਜੀ ਬਿਲਕੁਲ, ਜੇਕਰ ਸੰਵਿਧਾਨਕ ਹੱਦਾਂ ਬੰਨੇ ਟੱਪੋਗੇ ਤੇ ਘੇਰਾ ਤਾਂ ਫਿਰ ਪੈਣਾ ਹੀ ਪੈਣਾ ਹੈ। ਮਿੰਟੂ ਜੀ, ਅਗਲੀ ਗੱਲ ਕਰੀਏ ਫੀਸਾਂ ਦੀ, ਸਕੂਲਾਂ ਦੀ। ਜਾਰੀ ਕਰ ਹੀ ਦਿੱਤਾ ਫਿਰ ਇਹਨਾਂ ਨੇ ਫੀਸਾਂ ਤੇ ਵਰਦੀਆਂ ਵਾਲਾ ਹੁਕਮ, ਕੀ ਕਹਿੰਦਾ ਹੁਕਮ ਇਹਨਾਂ ਦਾ? ਦੇਖੋ ਹੁਕਮ ਮੇਰੇ ਖਿਆਲ ਦੇ ਨਾਲ ਤਕਰੀਬਨ ਉਹੀ ਹੈ ਜਿਹੜਾ ਅੱਗੇ ਹੋਇਆ ਹੋਇਆ ਫੈਸਲਾ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਛੀ ਪਹਿਲ ਕਦਮੀ ਹੈ, ਜਿਹੜੀ ਚੀਜ਼ ਅੱਛੀ ਕਰ ਰਹੇ ਨੇ ਉਹਨੂੰ ਅੱਛੀ ਕਿਹਾ ਜਾਏਗਾ। ਇਹਨਾਂ ਨੇ ਆਪਣਾ ਇੱਕ ਲਿਖਤੀ ਜਿਹੜਾ ਹੁਕਮ ਹੈ ਜਾਰੀ ਕਰ ਦਿੱਤਾ ਹੈ। ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕੁਛ ਨਿਯਮਾਵਲੀ ਜਿਹੜੀ ਆ ਉਹ ਨਵੇਂ ਸਿਰੇ ਤੋਂ ਬਣਾਈ। ਨਵੇਂ ਸਿਰੇ ਤੋਂ ਕਹਿਣ ਦਾ ਭਾਵ ਹੈ ਕਿ ਨਵੀਂ ਸਰਕਾਰ ਦੇ ਵਿੱਚ ਨਵੇਂ ਸਿਰੇ ਤੋਂ ਆ, ਅਦਰਵਾਈਜ਼ ਉਹ ਨਿਯਮ ਅੱਗੇ ਹੈਗੇ ਆ। 2016 ਦੇ ਵਿੱਚ ਜਦੋਂ ਸੁਪਰੀਮ ਕੋਰਟ ਨੇ ਰੂਲਿੰਗ ਦਿੱਤੀ ਸੀਗੀ ਤਾਂ ਉਸ ਤੋਂ ਬਾਅਦ ਉਹ ਨਿਯਮ ਹੋਣ ਦੇ ਵਿੱਚ ਹੈਗੇ ਨੇ ਆਲਰੇਡੀ। ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਪਤਾ ਨਹੀਂ ਕਿਉਂ ਭਗਵੰਤ ਸਿੰਘ ਮਾਨ ਇਹਨਾਂ ਚੀਜ਼ਾਂ ਨੂੰ ਰਿਪੀਟ ਕਰ ਰਹੇ ਆ ਤੇ ਉਹ ਨਵੀਂ ਲੇਬਲਿੰਗ ਕਰਕੇ ਜਿਹੜੀ ਹੈ ਉਹ ਪੇਸ਼ਕਾਰੀ ਕਰ ਰਹੇ ਆ। ਸਾਡੇ ਕੋਲ ਹੈ ਨੇ ਆਲਰੇਡੀ, ਬਸ ਲੋੜ ਆ ਕਿ ਉਹਨਾਂ ਨੂੰ ਬਿਹਤਰ ਢੰਗ ਦੇ ਨਾਲ ਤੁਸੀਂ ਇੰਪਲੀਮੈਂਟ ਕਰ ਦਿਓ ਤਾਂ ਫਿਰ ਸਾਰਾ ਕੁਝ ਠੀਕ ਹੋ ਜਾਏਗਾ। ਕਿਉਂਕਿ ਐਸਾ ਪਿਆਰੇ ਲਾਲ ਗਰਗ ਹੋਰੀ ਜਦੋਂ ਕਮੇਟੀ 'ਚ ਬੈਠੇ ਸੀਗੇ ਤਾਂ ਉਹਨਾਂ ਨੇ ਬਹੁਤ ਸ਼ਿੱਦਤ ਦੇ ਨਾਲ ਕੰਮ ਕੀਤਾ ਸੀਗਾ। ਕੁਝ ਹੋਰ ਨਾਲ ਉਹਨਾਂ ਦੇ ਬੁੱਧੀਜੀਵੀ ਸੀਗੇ, ਬਹੁਤ ਹੱਦ ਤੱਕ ਉਹਨਾਂ ਨੇ ਸਾਰਾ ਕੁਝ ਕਰ ਲਿਆ ਸੀਗਾ, ਪਰ ਕਿਉਂਕਿ ਉਸ ਵੇਲੇ ਦੀ ਸਰਕਾਰ ਜਿਹੜੀ ਹੈ ਉਹਨੇ ਮਤਲਬ ਕਿ ਕੁਝ ਵੀ ਨਹੀਂ ਕੀਤਾ, ਕੱਖ ਵੀ ਨਹੀਂ ਕੀਤਾ ਤੇ ਉਹ ਜਿਹੜੀਆਂ ਕਮੇਟੀਆਂ ਬਣੀਆਂ ਸੀਗੀਆਂ ਜਾਂ ਵੱਡੀ ਕਮੇਟੀ ਸੀਗੀ ਉਹ ਕੁਝ ਕਰ ਨਹੀਂ ਪਾਈ। ਤੋਂ ਅੱਜ ਇਹਨਾਂ ਨੇ ਨਵੇਂ ਸਿਰੇ ਤੋਂ ਕਹਿ ਦਿੱਤਾ ਕਿ ਦੇਖੋ, ਇੱਕ ਤੇ ਪ੍ਰਾਈਵੇਟ ਸਕੂਲ ਜਿਹੜੇ ਆ 2 ਸਾਲ ਤੱਕ ਵਰਦੀ ਨਹੀਂ ਬਦਲ ਸਕਦੇ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿੱਥੋਂ ਕਿਤਾਬਾਂ ਜਾਣੀਆਂ ਨੇ ਤਾਂ ਉਹ ਜਿਵੇਂ ਮਤਲਬ ਕਿ ਕੋਈ ਕਸਬਾ ਛੋਟਾ, ਉੱਥੇ ਕੋਈ 3 ਦੁਕਾਨਾਂ ਤੇ ਜਿਹੜਾ ਕੋਈ ਵੱਡਾ ਸ਼ਹਿਰ ਹੈ ਉੱਥੇ 20 ਦੁਕਾਨਾਂ, ਉਹਦੀ ਲਿਸਟ ਜਿਹੜੀ ਆ ਉਹ ਡੀਓਜ਼ ਨੂੰ ਦੇਣੀ ਪਵੇ। ਇਹ ਅੱਛੀ ਗੱਲ ਆ। ਇਹ ਦੁਕਾਨਾਂ ਜਿਹੜੀਆਂ ਉਹ ਪਹਿਲਾਂ ਹੀ ਤੈਅ ਹੋਣਗੀਆਂ, 1 ਨਹੀਂ 2 ਨਹੀਂ 3 ਕਸਬੇ ਦੇ ਵਿੱਚ ਤੇ 20 ਦੁਕਾਨਾਂ ਸ਼ਹਿਰ ਦੇ ਵਿੱਚ, 20 ਬਹੁਤ ਹੋ ਜਾਂਦੀਆਂ ਨੇ, ਤਾਂ ਕਿ ਉੱਥੇ ਮੁਕਾਬਲੇਬਾਜ਼ੀ ਵੀ ਜਿਹੜੀ ਹੈ ਬਰਕਰਾਰ ਰਹਿੰਦੀ ਹੈ। ਕਿਸੇ ਇੱਕ ਜਗ੍ਹਾ ਤੋਂ ਜਦੋਂ ਕੋਈ ਸਮਾਨ ਖਰੀਦਿਆ ਜਾਊਗਾ, ਸਾਰਾ ਜੀ ਗੱਲ ਹੈ ਕੋਈ ਆਪਣੇ ਪੱਧਰ ਤੇ ਫਿਰ ਮਨਾਈਆਂ ਕਰਦਾ ਆ। ਇਸ ਤੋਂ ਇਲਾਵਾ ਮਤਲਬ ਕਿ ਫੀਸ ਦਾ ਰੌਲਾ ਜਿਹੜਾ, ਉਹ ਗੱਲ ਇਹਨਾਂ ਨੇ ਆਪਣੇ, ਕਿਉਂਕਿ ਮੈਨੂੰ ਅੰਗਰੇਜ਼ੀ ਘੱਟ ਹੁੰਦੀ ਆ, ਮੈਂ ਓਨੈਸਟਲੀ ਕਹਿਣਾ, ਇਮਾਨਦਾਰੀ ਨਾਲ ਕਹਿਣਾ, ਤਾਂ ਮੈਨੂੰ ਸਮਝ ਨਹੀਂ ਲੱਗੀ, ਪਰ ਉਹ ਗੱਲ ਗੋਲਮੋਲ ਜੀ ਆ ਫੀਸ ਵਾਲੀ। ਕਿਉਂਕਿ ਉਹਦੇ ਵਿੱਚ ਆਲਰੇਡੀ ਇੱਕ ਨਿਯਮ ਹੈ। ਨਿਯਮ ਇਹ ਆ ਕਿ ਤੁਸੀਂ 8% ਤੋਂ ਵੱਧ ਫੀਸ ਨਹੀਂ ਵਧਾ ਸਕਦੇ। ਇਹ ਸੁਪਰੀਮ ਕੋਰਟ ਦੀ ਰੂਲਿੰਗ ਦਾ ਹਿੱਸਾ ਆ।
ਤਾਂ ਉਸੇ ਤਰ੍ਹਾਂ ਹੀ ਹੈ, ਇਹਨਾਂ ਨੇ ਮਤਲਬ ਕਿ ਮੇਰੇ ਖਿਆਲ ਦੇ ਨਾਲ ਇਹੋ ਕੀਤਾ ਵਾ ਕਿ ਜੇ ਫੀਸ ਵਧਾਉਣੀ ਹੈ ਤਾਂ ਫਿਰ ਤੁਹਾਨੂੰ ਮਤਲਬ ਜਿਹੜੀ ਕਮੇਟੀ ਹੁੰਦੀ ਹੈ, ਜਿਵੇਂ ਪੇਰੈਂਟਸ ਕਮੇਟੀ ਆ ਗਈ, ਸਕੂਲ ਦੀ ਮੈਨੇਜਮੈਂਟ ਆ ਗਈ, ਤੇ ਵਿੱਚ ਸਰਕਾਰ ਦੀ ਹਿੱਸੇਦਾਰੀ ਆ ਗਈ, ਕਿ ਇਸ ਤਰ੍ਹਾਂ ਇੱਕ ਸਹਿਮਤੀ ਨਾਲ ਹੀ ਸਾਰਾ ਜਿਹੜਾ ਉਹ ਵਾਧਾ ਇਜ਼ਾਫਾ ਜਿਹੜਾ ਉਹ ਕੀਤਾ ਜਾਊਗਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਤਕਰੀਬਨ ਉਹੀ ਹੈ ਨਿਯਮ। ਤੇ ਵੈਸੇ ਹੀ ਜੇ ਤੁਸੀਂ ਦੇਖੋਗੇ ਤਾਂ ਕੋਵਿਡ ਕਰਕੇ 2 ਸਾਲ ਤਾਂ ਫੀਸ ਵਧਣੀ ਕੀ ਸੀਗੀ, ਉਲਟਾ ਆਪਾਂ ਦੇਖਿਆ ਇੱਕ ਵੇਲਾ ਐਸਾ ਵੀ ਆਇਆ ਸੀਗਾ ਕਿ ਫੀਸ ਨੂੰ ਲੈ ਕੇ ਹਾਈ ਕੋਰਟ, ਸੁਪਰੀਮ ਕੋਰਟ ਤੱਕ ਵੀ ਲੜਾਈ ਗਈ ਕਾਨੂੰਨਾਂ। ਤੋਂ ਇੱਕ ਵਾਰੀ ਤਾਂ ਕੀ ਵਧਣੀ ਆ, ਪਰ ਗਾਂ ਹੁਣ ਉਹਨਾਂ ਨੇ ਵਧਾਉਣੀ ਵੀ ਆ, ਤਾਂ ਉਹਦੀ ਇੱਕ ਤਰ੍ਹਾਂ ਨਾਲ ਹੱਦ ਪਹਿਲਾਂ ਹੀ ਤੈਅ ਆ। ਹੁਣ ਰੌਲਾ ਇਹ ਆ ਕਿ ਇਹ 8% ਹੱਦ ਤੇ ਤੈਅ ਆ, ਇਹ ਆਪਾਂ ਮੰਨ ਲਿਆ, ਪਰੰਤੂ ਇਹ ਆ ਕਿ ਲੁਕਵੇਂ ਚਾਰਜਸ ਜਾਂ ਹੋਰ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਤਾਂ ਹੀ ਠੀਕ ਹੋਣਗੀਆਂ, ਤਾਂ ਹੀ ਸੈੱਟ ਹੋਣਗੀਆਂ ਜੇਕਰ ਅਮਲ ਵਧੀਆ ਹੋਏਗਾ। ਤਾਂ ਉਹਦੇ ਵਾਸਤੇ ਕਮੇਟੀਆਂ ਬਣਨੀਆਂ ਚਾਹੀਦੀਆਂ, ਇੱਕ ਸਟੇਟ ਲੈਵਲ ਦੀ ਵੀ ਕਮੇਟੀ ਬਣਨੀ ਚਾਹੀਦੀ ਹੈ, ਜ਼ਿਲ੍ਹਾ ਪੱਧਰ ਤੇ ਬਣਨੀ ਚਾਹੀਦੀ ਹੈ, ਤਹਿਸੀਲ ਪੱਧਰ ਤੇ ਬਣਨੀ ਚਾਹੀਦੀ ਹੈ, ਔਰ ਹਰੇਕ ਸ਼ਹਿਰ ਦੇ ਵਿੱਚ ਹੋਣੀ ਚਾਹੀਦੀ ਹੈ, ਇੱਥੋਂ ਤੱਕ ਕਿ ਕਸਬਿਆਂ ਦੇ ਵਿੱਚ ਵੀ ਹੋਣੀ ਚਾਹੀਦੀ ਹੈ। ਜੇ ਵੱਡੇ ਪਿੰਡਾਂ ਦੇ ਵਿੱਚ ਸਕੂਲ ਨੇ ਤਾਂ ਉੱਥੇ ਵੀ ਹੋਣੀ ਚਾਹੀਦੀ ਹੈ, ਤਾਂ ਕਿ ਲੋਕ ਅਵੇਅਰ ਵੀ ਹੋਣ ਕਿ ਉਹਨਾਂ ਦੇ ਹੱਕ ਹਕੂਕ ਕੀ ਆ। ਤੇ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਕਿਤੇ ਨਾ ਕਿਤੇ ਧੱਕਾ ਹੋ ਰਿਹਾ ਵਾ ਜਾਂ ਸਾਡਾ ਸ਼ੋਸ਼ਣ ਹੋ ਰਿਹਾ, ਤਾਂ ਉਹ ਨਾਲ ਦੀ ਨਾਲ ਸ਼ਿਕਾਇਤ ਕਰ ਸਕਣ, ਉਹਨਾਂ ਨੂੰ ਭਰੋਸਾ ਹੋਵੇ ਕਿ ਸਾਡੀ ਸ਼ਿਕਾਇਤ ਤੇ ਐਕਸ਼ਨ ਹੋਏਗਾ। ਹਜ਼ੂਰ ਗੱਲ ਇਹ ਆ ਜੀ ਕਿ ਡਰਦੇ ਪੇਰੈਂਟਸ ਜਿਹੜੇ ਆ ਨਾ ਉਹ ਸ਼ਿਕਾਇਤ ਨਹੀਂ ਕਰਦੇ। ਹੁੰਦਾ ਕੀ ਹੈ ਕਿ ਮਤਲਬ ਜਿਵੇਂ ਮੰਨ ਲਓ ਤੁਸੀਂ ਬੋਲੇ ਜਾਂ ਮੈਂ ਬੋਲਿਆ, ਮੇਰਾ ਬੱਚਾ ਇੱਥੇ ਪੜ੍ਹਦਾ ਆ, ਮੈਂ ਬੋਲ ਪਿਆ 100 ਦੇ ਵਿੱਚੋਂ, ਤੇ ਉਹ ਮੇਰੇ ਬੱਚੇ ਦੇ ਨਾਲ ਭੇਦਭਾਵ ਸ਼ੁਰੂ ਕਰ ਦਿੰਦੇ ਨੇ। ਬੱਚਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਈਸੋਲੇਟ ਕਰ ਦਿੱਤਾ ਜਾਂਦਾ ਸਕੂਲ ਦੇ ਵਿੱਚ, ਜੇ ਤੁਸੀਂ ਆਵਾਜ਼ ਬੁਲੰਦ ਕਰਦੇ ਹੋ। ਤਾਂ ਸਾਨੂੰ ਇਹ ਸਾਰੀਆਂ ਚੀਜ਼ਾਂ ਮੱਦੇਨਜ਼ਰ ਰੱਖਣੀਆਂ ਪੈਣਗੀਆਂ ਕਿ ਜੋ ਆਵਾਜ਼ ਬੁਲੰਦ ਕਰਦੇ ਨੇ, ਜੋ ਬੋਲਦੇ ਨੇ ਮਾਪੇ, ਉਹਨਾਂ ਦੇ ਬੱਚੇ ਦੇ ਨਾਲ ਕੋਈ ਉੱਥੇ ਵਿਤਕਰਾ ਨਾ ਹੋਵੇ। ਅਦਰਵਾਈਜ਼ ਮਾਪੇ ਇਸ ਗੱਲੋਂ ਡਰਦੇ ਨੇ, ਕੁਛ ਤੇ ਬੋਲਦੇ ਨੇ, ਸ਼ਰੇਆਮ ਬੋਲਦੇ ਨੇ, ਪਰ ਉਹਨਾਂ ਦੀ ਵਕਤ ਜਿਹੜੀ ਉਹ ਨਹੀਂ ਪੈਂਦੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਾਡੇ ਨਾਲ ਕੋਈ ਖਲੋ ਨਹੀਂ ਰਿਹਾ। ਇਸ ਕਰਕੇ ਉੱਤੋਂ ਪ੍ਰਸ਼ਾਸਕੀ ਦਬਾਅ ਹੋਵੇ, ਹੇਠਾਂ ਅਵੇਅਰਨੈਸ ਹੋਵੇ, ਲੋਕ ਇੱਕ ਵਾਰੀ ਜਿੱਦਾਂ ਕਹਿ ਲਈਏ ਕਿ ਇੱਕ ਚ ਵੱਜ ਕੇ ਇੱਕ ਸੰਘਰਸ਼ ਦਿਖਾ ਚੁੱਕੇ, ਇਸ ਤਰ੍ਹਾਂ ਦਾ ਸੰਘਰਸ਼ ਕਰਨ ਦਾ ਮਾਦਾ ਰੱਖਦੇ ਹੋਣ, ਏਕਤਾ ਰੱਖਦੇ ਹੋਣ, ਇਹ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ। ਇੰਪੋਸੀਬਲ ਨਹੀਂ ਹੈ, ਪਰ ਜ਼ੋਰ ਜ਼ਰੂਰ ਲੱਗਦਾ। ਹਾਂਜੀ, ਬਿਲਕੁਲ। ਅੱਛਾ ਮਿੰਟੂ ਜੀ, ਚਰਚਾ ਤਾਂ ਆਪਾਂ ਕਰਦੇ ਹਾਂ ਰੇਡੀਓ ਤੇ ਵੀ, ਐਤਕੀ ਕਣਕਾਂ ਦਾ ਝਾੜ ਘੱਟ ਆ, ਘੱਟ ਕਿਉਂ ਆ, ਤੁਸੀਂ ਬਾਤ ਤਫਸੀਲ ਸਾਨੂੰ ਦੱਸਿਆ ਵੀ ਸੀ ਲੰਘੇ ਪ੍ਰੋਗਰਾਮ ਦੇ ਵਿੱਚ। ਹੁਣ ਦੱਸਦੇ ਵੀ ਸਰਕਾਰਾਂ ਕੋਲੇ ਮੰਗ ਵੀ ਕੀਤੀ ਹੈ, ਮੁਆਵਜ਼ਾ ਮੰਗਿਆ ਜਾਂ ਕੋਈ ਹੋਰ ਮੰਗਾਂ ਨੇ? ਦੇਖੋ ਇਹਦੇ ਚ ਆਪਾਂ ਨੂੰ ਪਤਾ ਆ ਮੁਆਵਜ਼ਾ ਕਿਹਨੇ ਦੇਣਾ ਆ। ਇੱਥੇ ਤੇ ਉਹ ਗੁਲਾਬੀ ਸੁੰਡੀ ਨੇ ਤਬਾਹੀ ਕਰ ਦਿੱਤੀ ਇੱਕ ਪੱਟੀ ਦੀ, ਤੇ ਹੋਇਆ ਕਿ ਕਿੰਨੀਆਂ ਖੁਦਕੁਸ਼ੀਆਂ ਹੋਈਆਂ, ਦਰਜਨ ਦੇ ਕਰੀਬ ਖੁਦਕੁਸ਼ੀਆਂ ਦਾ ਪ੍ਰੋਗਰਾਮ ਮੈਂ ਇੱਥੇ ਕੀਤਾ ਸੀਗਾ। ਉਸ ਤੋਂ ਬਾਅਦ ਜੇ ਤੁਸੀਂ ਦੇਖੋਗੇ ਤਾਂ ਧਰਨੇ ਅੱਜ ਵੀ ਲੱਗ ਰਹੇ ਆ ਕਿ ਮੁਆਵਜ਼ਾ ਦਿਓ। ਜੀ। ਤਾਂ ਕਿਹਨੇ, ਕਿਉਂਕਿ ਕਣਕ ਦੀ ਜਿਹੜੀ ਖਰੀਦ ਆ ਉਹ ਸੈਂਟਰ ਨੇ ਕਰਨੀ, ਐਫਸੀਆਈ ਨੇ ਕਰਨੀ। ਐਫਸੀਆਈ ਨੇ ਐਤਕੀ 40% ਕੋਟਾ ਚੱਕਣਾ ਸੀਗਾ ਸਾਡੀ ਕੁੱਲ ਖਰੀਦ ਦੇ ਵਿੱਚੋਂ। ਉਹ ਹੁਣ ਮੇਰੇ ਖਿਆਲ ਦੇ ਨਾਲ ਮੈਨੂੰ ਲੱਗਦਾ ਭੱਜਣਗੇ, ਕਿਉਂਕਿ ਇੱਕ ਕਿਸਾਨ ਜਥੇਬੰਦੀ ਦਾ ਪ੍ਰੈਸ ਨੋਟ ਮੈਂ ਪੜ੍ਹ ਤਾਂ ਨਹੀਂ ਸਕਿਆ, ਪਰ ਇੱਥੇ ਮੇਰੇ ਮੇਲ ਦੇ ਵਿੱਚ ਪਿਆ ਸੀਗਾ। ਮੈਨੂੰ ਤਾਂ ਇਹ ਲੱਗਦਾ ਆ ਕਿ ਹੌਲੀ ਹੌਲੀ ਸਾਰਾ ਕੁਛ ਹੈ ਜਿਹੜਾ ਉਹ ਛੱਡ ਛਡਾ ਕੇ ਇੱਥੋਂ ਨਿਕਲ ਨੂੰ ਫਿਰਦੇ ਨੇ ਉਹ, ਕਿਉਂਕਿ ਦਾਣਾ ਸੁੰਗੜ ਹੈ ਜਿਹੜਾ ਉਹ ਪੈਮਾਨੇ ਦੇ ਮੁਤਾਬਕ 6% ਤੱਕ ਤੇ ਚੱਲਦਾ ਹੈ, ਜੀ। ਪਰ ਰਿਪੋਰਟਾਂ ਇਹ ਆਖ ਰਹੀਆਂ ਨੇ ਕਿ 22% ਤੱਕ ਵੀ ਦਾਣਾ ਕਮਜ਼ੋਰ ਹੋਇਆ। ਤਾਂ ਹਿਸਾਬ ਲਾ ਲਓ ਕਿ ਪੈਮਾਨੇ ਦੇ ਮੁਤਾਬਕ ਤੇ ਫਿਰ ਉਹ ਇੱਥੋਂ ਜਾਂ ਤੇ ਭੱਜਣਗੇ ਤੇ ਜਾਂ ਫਿਰ ਕੱਟ ਲਾਣਗੇ। ਮੁਆਵਜ਼ਾ ਤੇ ਛੱਡੋ, ਇਹ ਆ ਕਿ ਹੱਥੋਂ ਨਾ ਦੇਣੇ ਪੈ ਜਾਣ। ਰੌਲਾ ਹੁਣ ਇੱਥੋਂ ਤੱਕ ਪਹੁੰਚਿਆ। ਹੁਣੇ ਮੈਂ ਦੇਖ ਰਿਹਾ ਸੀਗਾ ਜਿਹੜੇ ਸਾਡੇ ਇੱਥੇ ਹੈਗੇ ਨੇ ਖੁਰਾਕ ਮੰਤਰੀ, ਉਹ ਕਹਿ ਰਹੇ ਆ ਕਿ ਸੁੰਗੜੇ ਅਨਾਜ ਲਈ ਰਾਹਤ ਦੀ ਅਸੀਂ ਮੰਗ ਕਰਦੇ ਹਾਂ, ਸਾਡੀ ਬੇਨਤੀ ਜਿਹੜੀ ਆ ਉਹ ਸਵੀਕਾਰ ਕਰੋ। ਲਾਲ ਚੰਦ ਕਟਾਰੂ ਚੱਕ ਜੀ ਕਹਿ ਰਹੇ ਨੇ। ਸੋ ਇਹ ਤੇ ਅਪੀਲ ਕਰ ਰਹੇ ਨੇ। ਇਹਦਾ ਮਤਲਬ ਇਹ ਆ ਕਿ ਅੰਦਰ ਖਾਤੇ ਕਿਤੇ ਨਾ ਕਿਤੇ ਕਹਾਣੀ ਜਿਹੜੀ ਉਹ ਵਿਗੜਦੀ ਨਜ਼ਰ ਆ ਰਹੀ ਹੈ। ਸੋ ਮੁਆਵਜ਼ਾ ਜ਼ਰੂਰ ਮੰਗਿਆ। ਇੱਧਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਪੰਜਾਬ ਗੌਰਮੈਂਟ ਤੋਂ ਮੰਗ ਲਿਆ। ਪ੍ਰਨੀਤ ਕੌਰ ਨੇ, ਜਿਹਨੂੰ ਕੁਝ ਅਖਬਾਰ ਜਿਹੜੇ ਕਹਿੰਦੇ ਕਿ ਅਸੀਂ ਪੰਜਾਬੀ ਨੰਬਰ 1 ਆ, ਉਹ ਮਹਾਰਾਣੀ ਵੀ ਲਿਖਦੇ ਆ, ਤਾਂ ਪ੍ਰਨੀਤ ਕੌਰ ਨੇ ਮੰਗ ਕੀਤੀ ਆ ਕੇਂਦਰ ਤੋਂ। ਤਾਂ ਵੈਸੇ ਤੇ ਕੇਂਦਰ ਤੋਂ ਮੰਗ ਹੋਣੀ ਚਾਹੀਦੀ ਆ ਕਿ ਦੇਖੋ ਕੁਦਰਤੀ ਆਫਤ ਆ, ਕੁਦਰਤੀ ਆਫਤ ਕਰਕੇ ਸਾਰਾ ਕੁਝ ਹੋ ਗਿਆ। ਇਹ ਵੀ ਆਫਤ ਆ ਨਾ, ਕਲਾਈਮੇਟ ਚੇਂਜ ਵੀ ਇੱਕ ਆਫਤ ਆ। ਜੀ। ਪਰ ਸਾਨੂੰ ਪੰਜਾਬ ਨੂੰ ਹੁਣ ਤਿਆਰ ਰਹਿਣਾ ਚਾਹੀਦਾ। ਸਾਡੀ ਆਰਥਿਕਤਾ ਜਿਹੜੀ ਉਹ ਖੇਤੀ ਤੇ ਬਹੁਤ ਜ਼ਿਆਦਾ ਨਿਰਭਰ ਆ, ਤਾਂ ਕਲਾਈਮੇਟ ਚੇਂਜ ਜਿਹੜਾ ਹੈ ਉਹ ਖੇਤੀ ਨੂੰ ਲੈ ਬਹਿੰਦਾ ਔਰ ਇਹਦੇ ਚਲਦੀ ਕਾਰਪੋਰੇਟਸ ਨੇ ਤਿਆਰੀ ਕੀਤੀ ਹੋਈ ਹੈ। ਜਿਹੜੇ ਏਜੰਟ ਨੇ,
ਜਿਹੜੇ ਬਹੁਤ ਵੱਡੇ ਘਾਗ ਖਿਡਾਰੀ ਨੇ ਜਾਂ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆ ਇਸ ਗੇਮ ਦੇ, ਉਹ 20 ਸਾਲ ਪਹਿਲਾਂ ਹੀ ਪਤਾ ਲਾ ਲੈਂਦੇ ਆ ਕਿ ਕੀ ਹੋਣਾ ਦੁਨੀਆ ਤੇ, ਕੀ ਹੋਣ ਜਾ ਰਿਹਾ ਦੁਨੀਆ ਤੇ। ਜੀ ਤੇ ਇਸ ਕਰਕੇ ਉਹ ਪਹਿਲਾਂ ਹੀ ਤਿਆਰੀ ਕਰ ਲੈਂਦੇ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਫੂਡ ਕ੍ਰਾਈਸਿਸ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਤੇ ਸਭ ਤੋਂ ਭੈੜਾ ਕ੍ਰਾਈਸਿਸ ਬਣੇਗਾ। ਐਸੀ ਸੰਭਾਵਨਾ ਹੈ, ਉਹ ਕਲਾਈਮੇਟ ਚੇਂਜ ਕਰਕੇ ਜ਼ਿਆਦਾ ਹੈ, ਜੀ ਕਿਉਂਕਿ ਫਸਲੀ ਚੱਕਰ ਤੁਹਾਡੇ ਪ੍ਰਭਾਵਿਤ ਹੋ ਜਾਣਗੇ। ਜਦੋਂ ਕੁਦਰਤੀ ਸਾਈਕਲ ਪ੍ਰਭਾਵਿਤ ਹੋ ਜਾਏਗਾ ਤਾਂ ਫਿਰ ਤੁਹਾਡਾ ਫਸਲੀ ਚੱਕਰ ਆਪਣੇ ਆਪ ਹੀ ਪ੍ਰਭਾਵਿਤ ਹੋ ਜਾਣਾ। ਸੋ ਸਾਡੇ ਇੱਥੇ ਜਿਹੜੇ ਖੇਤੀ ਮਾਹਰ ਆ, ਉਹਨਾਂ ਨੂੰ ਸੋਚਣਾ ਪਏਗਾ ਇਸ ਬਾਬਤ, ਤੇ ਇਹ ਕੰਮ ਜਿਹੜਾ ਹੈ ਬਹੁਤ ਕਸੂਤਾ ਹੋਣ ਜਾ ਰਿਹਾ ਇਨ ਫਿਊਚਰ। ਹਾਂਜੀ ਬਿਲਕੁਲ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮਿੰਟੂ ਜੀ ਆਪਦੀ ਵਿਧਾਇਕ ਦੇ ਘਰ ਹੀ ਧਰਨਾ ਲਾਤਾ, ਕੀ ਗੱਲ ਹੋ ਗਈ ਖਫਾ ਦੱਸਦੇ? ਦੇਖੋ ਬਹੁਤ ਕੁਛ ਹੋਏਗਾ, ਹਾਲੇ ਤੇ ਸ਼ੁਰੂਆਤਾਂ ਨੇ, ਜੀ ਹਾਲੇ ਤੇ ਕੁਛ ਵੀ नहीं है। इब्तदाए इश्क रोता है क्या, आगे आगे देखिए होता है क्या। ਹੂੰ ਹਾਲੇ ਤੇ ਇਬਤਦਾਏ ਹੁੰਦੀ ਹੈ ਸ਼ੁਰੂਆਤ, ਜੀ ਹਾਲੇ ਤੇ ਸ਼ੁਰੂਆਤ ਆ, ਹਾਲੇ ਤੇ ਬਹੁਤ ਦੂਰ ਜਾਣਾ ਹੈ, ਬੜੀਆਂ ਵਾਟਾਂ ਦੂਰ ਦੀਆਂ ਨੇ, ਪੈਂਡੇ ਬਿਖਮ ਨੇ, ਰਸਤੇ ਟੇਢੇ ਮੇਢੇ ਨੇ, ਤਾਂ ਦੇਖਦੇ ਹਾਂ ਗੱਡੀ ਕਿੱਦਾਂ ਚੱਲਦੀ ਆ। ਸੋ ਇਹ ਜਿਹੜਾ ਧਰਨਾ ਲੱਗਾ, ਛੋਟਾ ਜਿਹਾ ਧਰਨਾ ਸੀ, ਕੋਈ ਵੱਡਾ ਧਰਨਾ ਨਹੀਂ, ਬੰਦੇ 5-7 ਹੀ ਸੀਗੇ ਸਾਰੇ, ਠੀਕ ਪਰ ਹੈ। ਜਿਹਦੇ ਘਰ ਅੱਗੇ ਬੈਠੇ ਆ ਉਹ ਨਾਂ ਬਹੁਤ ਵੱਡਾ ਸੀ, ਘਰ ਬਹੁਤ ਵੱਡਾ ਸੀ। ਹੂੰ ਘਰ ਉਹ ਨਹੀਂ ਵੱਡਾ ਹੁੰਦਾ ਕਿ ਉਹ ਦਿਆਲ ਸਿੰਘ ਕੋਲਿਆਂ ਵਾਲੀ ਵਾਂਗੂ 4-5 ਕਿੱਲਿਆਂ 'ਚ ਛੱਤਿਆ ਹੋਵੇ, ਐਸਾ ਨਹੀਂ ਹੁੰਦਾ। ਜੀ ਘਰ ਦਰ ਛੋਟੇ ਹੋ ਸਕਦੇ ਆ, ਕੋਠੇ ਛੋਟੇ ਹੋ ਸਕਦੇ ਆ, ਪਰ ਕਈਆਂ ਦੇ ਨਾਂ ਵੱਡੇ ਹੁੰਦੇ ਆ। ਤਾਂ ਉਹ ਵਿਧਾਇਕ ਹੈ ਗੁਰਮੀਤ ਸਿੰਘ ਖੁੱਡੀਆਂ, ਜੀ ਜਿਨ੍ਹਾਂ ਨੂੰ ਲੰਬੀ ਚ ਪਿਆਰ ਦੇ ਨਾਲ ਜਥੇਦਾਰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਇਤਿਹਾਸ ਸਿਰਜਿਆ ਕਿ ਬਾਦਲ ਦੀ ਪੈਨਸ਼ਨ ਪੌਣੇ 6 ਲੱਖ ਲਵਾਤੀ ਸੀ ਉਹਨਾਂ ਨੇ, ਪਰ ਲਈ ਨਹੀਂ, ਉਹ ਗੱਲ ਵੱਖਰੀ ਆ। ਪੌਣੇ 6 ਲੱਖ ਕਿਸੇ ਬੰਦੇ ਨੂੰ ਪੈਨਸ਼ਨ ਲਵਾਉਣ ਵਾਲਾ ਬੰਦਾ ਕੋਈ ਕਹਿ ਲਓ ਹੂੰ ਕਿ ਸਧਾਰਨ ਨਹੀਂ ਹੁੰਦਾ। ਜੀ ਪੌਣੇ 6 ਲੱਖ ਪੈਨਸ਼ਨ ਲਵਾਈ ਇਹਨਾਂ ਨੇ ਵਾਹ ਜੀ। ਬਾਦਲ। ਪਰ ਗੱਲ ਇਹ ਹੈ ਕਿ ਹੋ ਜੋ ਰਿਹਾ ਜ਼ਮੀਨ ਤੇ, ਦੇਖੋ ਹੁਣ ਮੈਨੂੰ ਨਹੀਂ ਪਤਾ ਕਿ ਇੱਥੇ ਕਿਹੋ ਜਿਹੀਆਂ ਰਿਪੋਰਟਾਂ ਪੁੱਜਦੀਆਂ ਨੇ ਸਰਕਾਰ ਦੀਆਂ। ਅਸੀਂ ਹੇਠਲੇ ਪੱਧਰ ਤੇ ਬੈਠੇ ਹਾਂ, ਸਭ ਤੋਂ ਹੇਠਲੇ ਦਰਜੇ ਦੇ ਬੰਦੇ ਕਹਿ ਲਓ, ਔਰ ਸਭ ਤੋਂ ਉਛੱਲੀ ਜਿਹੜੀ ਕਹਿ ਲਓ ਪੱਟੀ ਆ, ਉੱਥੇ ਬੈਠੇ ਆ। ਇਹਨਾਂ ਦੇ ਵਿੱਚ ਐਸੇ ਬੰਦੇ ਨੇ, ਐਸੇ ਬੰਦੇ ਹੈਗੇ ਆ ਜੀ ਜਿਹੜੇ ਕਿ ਮਤਲਬ ਕਿ ਗੇਮ ਸੈੱਟ ਕਰਨ ਦੇ ਬਹੁਤ ਵੱਡੇ ਮਾਹਰ ਨੇ। ਉਹਨਾਂ ਨੂੰ ਪਲੇਟਫਾਰਮ ਮਿਲ ਗਿਆ, ਪਲੇਟਫਾਰਮ ਨੂੰ ਲੋਕਾਂ ਦਾ ਹੁਲਾਰਾ ਮਿਲ ਗਿਆ, ਹੂੰ ਗੱਲ ਬਣ ਗਈ। ਪਰ ਉਹ ਜਿਹੜੇ ਲੋਕ ਨੇ, ਉਹ ਆਪਣੀ ਫਿਤਰਤ, ਆਪਣੀ ਜ਼ਹਿਨੀਅਤ, ਆਪਣੇ ਲੋਭ, ਆਪਣੇ ਇੰਟਰਸਟ ਉਹ ਕਦੇ ਨਹੀਂ ਛੱਡਦੇ, ਚਾਹੇ ਉਹ ਕਿਸੇ ਵੀ ਝੰਡੇ ਦੇ ਹੇਠ ਚੱਲ ਜਾਣ, ਕਿਉਂਕਿ ਉਹਨਾਂ ਨੂੰ ਆਪਣੇ ਮੁਨਾਫੇ ਦੇ ਨਾਲ ਆ, ਆਪਣੇ ਲੋਭ ਦੇ ਨਾਲ ਆ, ਆਪਣੀ ਲਾਲਸਾ ਦੇ ਨਾਲ ਆ। ਪਬਲਿਕ ਦੇ ਨਾਲ ਕੁਛ ਨਹੀਂ ਹੈ, ਰਿਫਾਰਮਸ ਦੇ ਨਾਲ ਕੁਛ ਨਹੀਂ ਹੈ, ਕਿਹੜੇ ਬਦਲਾਓ। ਸੋ ਉਹਨਾਂ ਵਾਸਤੇ ਤੇ ਇਹੀ ਹੈ ਕਿ ਬਸ ਚੱਕ ਦਿਓ ਚੌਂਠਾ, ਨੱਪ ਦਿਓ ਕਿੱਲੀ। ਗੱਲ ਇਹ ਹੈ ਕਿ ਇੱਕ ਟਰੱਕ ਯੂਨੀਅਨ ਹੈ, ਛੋਟੀ ਜਿਹੀ ਟਰੱਕ ਯੂਨੀਅਨ ਆ ਮੰਡੀ ਕਿੱਲਿਆਂ ਵਾਲੀ, ਪਰ ਉੱਥੇ ਕੰਮ ਬਹੁਤ ਆ, ਜੀ ਕੰਮ ਬਹੁਤ ਨਿਕਲਦਾ ਉੱਥੋਂ। ਤਾਂ ਉੱਥੇ ਜਿਹੜਾ ਟਰੱਕ ਯੂਨੀਅਨ ਦਾ ਇਹਨਾਂ ਨੇ ਪ੍ਰਧਾਨ ਨਿਯੁਕਤ ਕੀਤਾ, ਕਥਿਤ ਤੌਰ ਤੇ ਇਹ ਕਿਹਾ ਜਾ ਰਿਹਾ ਹੈ ਟਰੱਕ ਯੂਨੀਅਨ ਦੇ ਪ੍ਰਧਾਨ ਦੀ ਨਿਯੁਕਤੀ ਦੇ ਉਲਟ ਕਹਿ ਲਓ, ਜਿਹੜੇ ਧਰਨੇ ਤੇ ਬੈਠੇ ਆ ਧਰਨਾਕਾਰੀ, ਉਹ ਕਹਿੰਦੇ ਆ ਕਿ ਦਰਅਸਲ ਉਹ ਬੰਦਾ ਯੋਗ ਨਹੀਂ ਹੈ। ਅਸੀਂ ਆਮ ਆਦਮੀ ਪਾਰਟੀ ਦੇ ਹੀ ਵਰਕਰ ਹਾਂ, ਜਿਹੜੇ ਵਿਰੋਧ ਦੇ ਵਿੱਚ ਨੇ, ਮੁਖਾਲਫਤ ਦੇ ਵਿੱਚ ਨੇ, ਉਹ ਕਹਿੰਦੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਹਾਂ, ਕਈ ਸਾਲ ਤੋਂ ਅਸੀਂ ਕੰਮ ਕਰਦੇ ਹਾਂ। ਪਰ ਇਹ ਜਿਹੜਾ ਪ੍ਰਧਾਨ ਗਲਤ ਚੁਣਿਆ, ਔਰ ਇਹ ਵੀ ਸੁਣਿਆ ਗਿਆ, ਕਿਉਂਕਿ ਸਾਡਾ ਸਾਥੀ ਉੱਥੇ ਗਿਆ ਸੀਗਾ ਅੱਜ ਇੱਕ, ਤੇ ਉਹ ਦੱਸ ਰਿਹਾ ਸੀਗਾ ਕਿ ਉਹ ਦੱਸ ਰਹੇ ਸੀ, ਵੈਸੇ ਤੇ ਉਹ ਖੁੱਲ ਕੇ ਨਹੀਂ ਬੋਲ ਰਹੇ, ਪਰ ਉਹ ਕਹਿ ਰਹੇ ਕਿ ਆਉਂਦੇ ਹੀ ਪਰਚੀ ਕਈ ਗੁਣਾ ਵਧਾ ਦਿੱਤੀ ਗਈ, ਮਤਲਬ ਕਿ ਪੈਸਾ ਇਕੱਤਰ ਕਰਨ ਵਾਸਤੇ। ਉਹ ਜਿਹੜਾ ਬੰਦਾ ਫਿੱਟ ਕੀਤਾ ਗਿਆ, ਉਹ ਗਾਂ ਇਹਨਾਂ ਦੇ ਜਿਹੜੇ ਖਾਸਮ ਖਾਸੀ ਬੰਦੇ ਉਹਨਾਂ ਨੇ ਬਿਠਾ ਦਿੱਤਾ। ਹੁਣ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਤਰ੍ਹਾਂ ਹੀ ਸੈਟਿੰਗ ਹੋਈ ਹੁੰਦੀ ਹੈ, ਜਿਹੜੇ ਇਸ ਤਰ੍ਹਾਂ ਦੇ ਬੰਦੇ ਹੁੰਦੇ ਆ ਉਹ ਫਿਰ ਸੈਟਿੰਗ ਕਰ ਲੈਂਦੇ ਆ। ਮਤਲਬ ਕਿ ਮੈਂ ਸਾਰਿਆਂ ਬਾਰੇ ਨਹੀਂ ਕਹਿ ਰਿਹਾ, ਪਰ ਜਿਹੜੇ ਬੰਦੇ ਇਸ ਤਰ੍ਹਾਂ ਦੀ ਲਾਲਸਾ ਨਾਲ, ਇਸ ਤਰ੍ਹਾਂ ਦੀ ਭਾਵਨਾ ਨਾਲ ਅੱਗੇ ਵਧਦੇ ਆ, ਤਾਂ ਟਰੱਕ ਯੂਨੀਅਨ ਦਾ ਬਹੁਤਾ ਰੌਲਾ ਇਸੇ ਕਰਕੇ ਪੈ ਰਿਹਾ ਵਾ। ਹੁਣ ਇਸ ਨਿਯੁਕਤੀ ਦਾ ਵੀ ਵਿਰੋਧ ਹੋ ਰਿਹਾ। ਖੈਰ ਦੇਖਦੇ ਹਾਂ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਇਹਦਾ ਹੱਲ ਕਿਸ ਤਰ੍ਹਾਂ ਕੱਢਦੇ ਨੇ, ਪਰ ਉਹਨਾਂ ਦੇ ਘਰ ਦੇ ਮੂਹਰੇ ਬੈਠੇ। ਪਰ ਧਰਨਾ ਕੋਈ ਬਹੁਤਾ ਵੱਡਾ ਨਹੀਂ ਸੀ, ਮੈਂ ਵਾਰ-ਵਾਰ ਕਹਿ ਰਿਹਾ, ਪਰ ਗੱਲ ਵੱਡੀ ਬਣ ਜਾਂਦੀ ਹੈ ਕਿ ਤੁਹਾਡੇ ਵਿਧਾਇਕ ਦੇ ਘਰ, ਔਰ ਖਾਸ ਤੌਰ ਤੇ ਜਿਹਦਾ ਨਾਂ ਬਹੁਤ ਵੱਡਾ ਹੁੰਦਾ ਹੈ, ਤਾਂ ਉਹ ਗੱਲ ਵੱਡੀ ਬਣ ਜਾਂਦੀ ਆ। ਕਾਫੀ ਮੀਡੀਆ ਆਊਟਲੈਟ ਨੇ ਉਹਨੂੰ ਕਵਰ ਵੀ ਕੀਤਾ ਆ। ਖੈਰ ਦੇਖਦੇ ਆ ਕੀ ਹੱਲ ਨਿਕਲਦਾ। ਕਈ ਵਾਰ ਇਹ ਵੀ ਹੁੰਦਾ ਕਿ ਨਿਯੁਕਤੀ ਜੇ ਸਹੀ ਵੀ ਹੋਈ ਹੋਵੇ, ਹਾਲਾਂਕਿ ਦੂਸਰਾ ਪੱਖ ਆਉਣਾ ਬਾਕੀ ਹੈ, ਟਰੱਕ ਯੂਨੀਅਨ ਦੇ ਜਿਹੜੇ ਨਵ-ਨਿਯੁਕਤ ਪ੍ਰਧਾਨ ਆ, ਉਹਨਾਂ ਦਾ ਪੱਖ ਨਹੀਂ ਆਇਆ ਮੀਡੀਆ ਦੇ ਵਿੱਚ। ਜੇ ਆਇਆ ਤਾਂ ਮੈਂ ਉਹਨੂੰ ਵੀ ਜ਼ਰੂਰ ਦੱਸ ਦਿਆਂਗਾ।
ਵਾਲੀ ਗੱਲ ਹੋਈ, ਕੱਲ ਮੈਂ ਅਪਡੇਟ ਵੀ ਕਰ ਦਿਆਂਗਾ। ਪਰੰਤੂ ਹੁੰਦਾ ਕੀ ਹੈ ਕਿ ਕਈ ਵਾਰ ਦੋ ਪਾਰਟੀਆਂ ਹੁੰਦੀਆਂ ਨੇ। ਟਰੱਕ ਯੂਨੀਅਨ ਦਾ ਇੱਕ ਧੰਦਾ ਹੈ, ਟਰੱਕ ਯੂਨੀਅਨ ਜਿਹੜੀ ਹੁੰਦੀ ਹੈ ਨਾ, ਉਹਦੇ ਵਿੱਚ ਵੀ ਪਾਰਟੀਬਾਜ਼ੀ ਹੁੰਦੀ ਹੈ, ਧੜੇਬੰਦੀ ਹੁੰਦੀ ਹੈ, ਕਈ ਵਾਰ ਜੀ ਉਹ ਵੀ ਹੁੰਦਾ। ਐਗਜ਼ੈਕਟ ਹੁਣ ਇੱਥੇ ਕੀ ਵਾਪਰਿਆ ਮੈਨੂੰ ਪਤਾ ਨਹੀਂ, ਪਰ ਜੇ ਓਵਰਆਲ ਤੁਸੀਂ ਦੇਖੋਗੇ ਝਗੜੇ ਹੋਏ, ਲਾਠੀਆਂ ਚੱਲੀਆਂ, ਇੱਕ ਦੂਜੇ ਨੂੰ ਕੁੱਟਿਆ, ਨਾ ਹਦਵਾਣੇ ਵਾਂਗੂ ਸਿਰ ਪਾੜੇ, ਤਾਂ ਉਹਦੇ ਪਿੱਛੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਬੰਦੇ ਹੁੰਦੇ ਆ, ਕੁਝ ਬੰਦੇ ਦਾਅ ਖੋਰੇ ਹੁੰਦੇ, ਉਹਨਾਂ ਨੂੰ ਕੋਈ ਪਾਰਟੀ ਨਾਲ ਨਹੀਂ ਹੁੰਦਾ, ਕੋਈ ਸਿਧਾਂਤ ਨਾਲ ਨਹੀਂ ਹੁੰਦਾ, ਬਸ ਜਿੱਥੇ ਦਾਅ ਲੱਗ ਗਿਆ ਉੱਥੇ ਉਹਨਾਂ ਨੇ ਦਾਅ ਲਾ ਲੈਣਾ। ਹਾਂਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਗੱਲ ਕਿਸੇ ਕੋਠੀ 'ਚ ਗਲਤ ਕੰਮ ਹੋ ਰਹੇ ਸੀ, ਪੁੱਠਾ ਕੰਮ ਹੋ ਰਿਹਾ ਸੀ, ਪੁਲਿਸ ਨੇ ਕਾਬੂ ਵੀ ਕੀਤੇ ਕਈ ਬੰਦੇ, ਤੇ ਗੱਲ ਕਿਸੇ ਐਨਆਰਆਈ ਦੇ ਨਾਲ ਜੁੜਦੀ ਹੈ। ਐਨਆਰਆਈ ਦੀ ਕੋਠੀ ਦੱਸੀ ਦੀ ਹੈ। ਗੱਲ ਇਹ ਹੈ ਕਿ ਜਿੱਥੇ ਇਹ ਨਹੀਂ ਉੱਥੇ ਕੁੱਕੜ ਵਾਂਗ ਨਹੀਂ ਦਿੰਦੇ। ਜੀ। ਮਸਲਾ ਕੀ ਹੈ ਕਿ ਜਿੱਥੇ ਪੁੱਠੇ ਕੰਮ ਨਹੀਂ ਹੁੰਦੇ ਫਿਰ ਉੱਥੇ ਪੁਲਿਸ ਵੀ ਨਹੀਂ ਆਉਂਦੀ। ਹੂੰ। ਪੁਲਿਸ ਦੀ ਕੀ ਮਜਾਲ ਹੈ। ਅੱਜ ਕੱਲ ਜ਼ਮਾਨਾ ਬੜਾ ਐਡਵਾਂਸ ਆ। ਉਹ ਜੀ। ਦੌਰ ਗਿਆ ਜਦੋਂ ਇੱਕ ਥਾਣੇਦਾਰ ਆਉਂਦਾ ਹੁੰਦਾ ਸੀਗਾ, ਅਸੀਂ ਨਿੱਕੇ ਹੁੰਦਿਆਂ ਨੇ ਵੇਖਿਆ ਕਿ ਸਾਰਾ ਪਿੰਡ ਸਕੂਲ 'ਚ ਗਿਆ ਹੁੰਦਾ ਸੀਗਾ, ਸਕੂਲ 'ਚ ਸੱਦਿਆ ਜਾਂਦਾ ਸੀ, ਆ ਜਾਓ ਵੀ ਸਾਰਾ ਪਿੰਡ ਆ ਜਾਓ। ਤੇ ਫਿਰ ਉੱਥੇ ਜੋ ਹੁੰਦਾ ਸੀਗਾ, ਹੁਣ ਮੈਂ ਕੀ ਬਿਆਨ ਕਰਾਂ, ਪੁਰਾਣੇ ਬੰਦੇ ਜਾਣਦੇ। ਤੇ ਖੈਰ ਅੱਜ ਦੇ ਜ਼ਮਾਨੇ 'ਚ ਐਸਐਸਪੀ ਵੀ ਘਰ ਦੇ ਵਿੱਚ ਵੜਨ ਤੋਂ ਪਹਿਲਾਂ ਸਾਰੀ ਖਾਨਾ ਪੂਰਤੀ ਕਰਦਾ ਹੈ ਕਿ ਪਤਾ ਨਹੀਂ ਇਹਨੇ ਸੀਸੀਟੀਵੀ ਕਿੰਨੇ ਲਾ ਰੱਖੇ ਹੋਣੇ ਆ। ਅੱਗੇ ਹੋ ਸਕਦਾ ਆ ਕਿ ਟੁੱਟੇ ਜੇ ਘਰ ਦੇ ਵਿੱਚ ਮੇਰੇ ਵਰਗਾ ਕੋਈ ਜਿਹੜਾ ਹੈ ਟੁੱਟਾ ਜਿਹਾ ਘਰ ਪਾ ਕੇ ਬੈਠਾ ਹੋਵੇ, ਉਹਦਾ ਕੋਈ ਭੈਣ ਭਰਾ ਜਿਹੜਾ ਉਹ ਲੌ ਕਰਕੇ ਬੈਠਾ ਹੋਵੇ। ਨਹੀਂ ਤੇ ਕਈ ਵਾਰ ਸੋਸ਼ਲ ਮੀਡੀਆ ਤੇ ਤਾਂ ਪੂਰੀ ਉਹਨੇ ਯੂਨੀਵਰਸਿਟੀ ਦੀ ਡਿਗਰੀ ਲਈ ਹੁੰਦੀ ਹੈ। ਇਸ ਕਰਕੇ ਮਜ਼ਾਲ ਹੀ ਹੈ ਨਹੀਂ, ਮੈਂ ਤਾਂ ਹੀ ਕਹਿ ਰਿਹਾ ਮਜ਼ਾਲ ਹੀ ਹੈ ਨਹੀਂ ਪੁਲਿਸ ਦੀ ਛੇਤੀ ਕਿਤੇ ਕਿ ਐ ਵੜ ਜਾਏਗੀ। ਹਾਲਾਂਕਿ ਪੁਲਿਸ ਇਹ ਨਹੀਂ ਹੈ ਕਿ ਉਹ ਸਤਯੁਗ ਦੇ ਵਿੱਚ ਚਲੇ ਗਈ, ਪੁਲਿਸ ਉਸ ਤਰ੍ਹਾਂ ਦੀ ਹੈ, ਪਰ ਡਰ ਆ, ਡਰ ਆ। ਜਿੱਥੇ ਇਹ ਨਹੀਂ ਉੱਥੇ ਕੁੱਕੜ ਵਾਂਗ ਨਹੀਂ ਦਿੰਦੇ। ਖੈਰ ਗੱਲ ਇਹ ਆ ਕਿ ਇਸ ਕੋਠੀ ਦੇ ਵਿੱਚੋਂ ਚੱਲ ਰਿਹਾ ਸੀ ਇੱਕ ਨੈਟਵਰਕ, ਆਈਪੀਐਲ ਚੱਲ ਰਹੀ ਆ। ਉਹ ਨੈਟਵਰਕ ਹੁੰਦਾ ਹੈ ਜਿਵੇਂ ਸਟੋਰੀਜ ਕਹਿ ਲਓ, ਬੁੱਕੀ ਕਹਿ ਲਓ, ਉਹ ਸੱਟਾ ਲਗਾਉਂਦੇ ਨੇ। ਤਾਂ ਇੱਕ ਨੈਟਵਰਕ ਇੱਥੋਂ ਚੱਲ ਰਿਹਾ ਸੀਗਾ। ਹੁਣ ਉਹ ਜਿਹੜਾ ਕੇਅਰ ਟੇਕਰ ਸੀਗਾ, ਜਿਹੜਾ ਐਨਆਰਆਈ ਨੇ ਛੱਡਿਆ ਸੀਗਾ ਆਪਣੀ ਕੋਠੀ ਦੇ ਵਿੱਚ, ਉਹਨੇ ਗਾ ਰੈਂਟ ਤੇ ਦਿੱਤੀ ਸੀ ਕੋਠੀ। ਔਰ ਜਿਹੜਾ ਬੁੱਕੀ ਫੜਿਆ ਹੈ ਵੀ ਇੱਧਰਲੇ ਸਾਡੇ ਏਰੀਆ ਦਾ ਤੇ ਬੜਾ ਬਦਨਾਮ ਹੈ, ਇੱਧਰ ਤੇ ਮੈਨੂੰ ਲੱਗਦਾ ਉਹਨੂੰ ਕੋਠੀ ਕੋਈ ਮਿਲਦੀ ਨਹੀਂ। ਛੇਤੀ ਕਿਤੇ ਕੋਠੀ ਛੱਡੋ, ਉਹਨੂੰ ਤੇ ਕੋਈ ਸਕੂਟਰ ਨਾ ਮੰਗਵਾ ਦੇਵੇ। ਤੇ ਜੀ। ਇਸ ਕਰਕੇ ਸ਼ਾਇਦ ਉਧਰ ਨੂੰ ਚਲੇ ਗਿਆ ਤੇ ਉੱਥੇ ਉਹ ਸਾਰਾ ਨੈਟਵਰਕ ਜਿਹੜਾ ਹੈ ਉਹ ਫੜਿਆ ਗਿਆ। ਗੱਲ ਇਹ ਆ ਕਿ ਦੇਖੋ ਖਬਰ ਇਹ ਕੋਈ ਬਹੁਤ ਵੱਡੀ ਖਬਰ ਨਹੀਂ ਹੈ। ਇੱਥੇ ਗੈਮਲਿੰਗ, ਇੱਥੇ ਤੇ ਸਾਡੇ ਜਿਹੜੇ ਕ੍ਰਿਕਟ ਦੇ ਮਹਾਰਥੀ ਹੈ ਉਹ ਮਸ਼ਹੂਰੀਆਂ ਦੇਈ ਜਾਂਦੇ ਆ। ਸਾਡਾ ਇੱਕ ਰਾਜ ਸਭਾ ਵਾਲਾ ਉਹ ਇੱਕ ਹੂੰ। ਦੇਈ ਜਾਂਦਾ ਇਸੇ ਤਰ੍ਹਾਂ ਦੀ ਜੂਏਬਾਜ਼ੀ ਦੀ ਐਡ, ਜੂਏਬਾਜ਼ੀ ਆ ਇਹ। ਜੀ। ਉਹਦਾ ਨਾਂ ਬਦਲ ਦਿੰਦੇ ਆ, ਆਹ ਗੇਮ ਹੈ ਜੀ ਆਨਲਾਈਨ ਫਲਾਂ ਆ ਟਮਕਾ ਆ। ਹੁਣ ਸਾਨੂੰ ਤੇ ਇਹਨਾਂ ਪਤਾ ਨਹੀਂ, ਪਰ ਇੱਕੋ ਗੱਲ ਦਾ ਪਤਾ ਆ ਕਿ ਮੁੰਡੇ ਉਹਦੇ ਤੇ ਜਿਹੜੇ ਪੈਸੇ ਲਾਉਂਦੇ ਆ, ਖਿਡਾਰੀ ਟੀਮ ਲੈਂਦੇ ਆ, ਉਹ ਸਾਰਾ ਕੁਝ ਉਹ ਸੱਟੇਬਾਜ਼ੀ ਆ। ਤੇ ਠੀਕ ਮੈਂ ਆ। ਤੇ ਹਮੇਸ਼ਾ ਕਹਿੰਦਾ ਇਹਨੂੰ ਅੱਗ ਲਾਓ, ਲੀਗਲਾਈਜ਼ ਕਰ ਦਿਓ, ਇਹਨੂੰ ਦਫਾ ਕਰੋ। ਅੱਛਾ, ਕਿਸੇ ਕੋਲ ਤਾਸ਼ ਫੜੀ ਜਾਂਦੀ ਹੈ, 10 ਰੁਪਏ ਉਹਨੇ ਸ਼ਰਤ ਲਾਈ ਹੁੰਦੀ ਹੈ, ਉਹ ਤੇ ਇਲੀਗਲ ਆ, ਉਹ ਤੇ ਗੈਮਲਿੰਗ ਐਕਟ ਦੇ ਵਿੱਚ ਆ ਗਿਆ। ਤੇ ਇੱਥੇ ਕਰੋੜਾਂ ਦੀ ਜਿਹੜੀ ਆ ਸੱਟੇਬਾਜ਼ੀ ਹੋਣ ਡਈ ਆ ਆਨਲਾਈਨ ਗੇਮਿੰਗ ਤੇ, ਉਹ ਲੀਗਲਾਈਜ਼ ਆ। ਤੇ ਕਮਾਲ ਦੀ ਗੱਲ ਹੈ ਕਿ ਵੱਡੇ ਵੱਡੇ ਸਟਾਰ ਉਹਦੀਆਂ ਐਡਾਂ ਕਰਦੇ ਪਏ, ਅੰਨੀ ਮੱਚੀ ਆ। ਤੇ ਫਿਰ ਬੁੱਕੀ ਕਿਵੇਂ ਪਿੱਛੇ ਰਹਿ ਸਕਦੇ ਆ? ਬੁੱਕੀ ਆਪਣਾ ਕੰਮ ਕਰੀ ਜਾਂਦੇ ਆ, ਇਹਨਾਂ ਦੇ ਮਹੀਨੇ ਚੱਲਦੇ ਆ ਜੀ, ਹਫ਼ਤੇ ਚੱਲਦੇ, ਇਹਨਾਂ ਦੇ ਸਾਰਾ ਕੁਝ ਹੁੰਦਾ। ਪਰ ਮੈਂ ਇਹ ਕਹੂੰਗਾ ਕਿ ਬਾਈ ਜੇ ਤੁਹਾਡੀ ਇਸ ਤਰ੍ਹਾਂ ਦੀ ਕੋਠੀ ਆ, ਕੋਈ ਜਿਹੜੇ ਇੱਧਰ ਰਹਿੰਦੇ ਆ ਪੱਕੇ ਤੌਰ ਤੇ, ਜਿਨ੍ਹਾਂ ਦੇ ਆਪਣੇ ਘਰ ਬਾਹਰ ਆ, ਕੇਅਰ ਟੇਕਰ ਵੀ ਜੇ ਛੱਡਣਾ ਤੇ ਉਹਨੂੰ ਇੱਕ ਗੱਲ ਕਹਿ ਦਿਓ ਕਿ ਸੱਜਣਾ ਵੈਰੀਫਿਕੇਸ਼ਨ ਕਰਵਾ, ਕਿਉਂਕਿ ਹੁਣ ਜੇ ਵੈਰੀਫਿਕੇਸ਼ਨ ਨਾ ਹੋਈ ਤੇ ਪੰਗਾ ਕੇਅਰ ਟੇਕਰ ਨੂੰ ਜਾਂ ਤੁਹਾਨੂੰ ਪੈ ਜਾਣਾ ਮਾਲਕ। ਜੀ। ਕਿਉਂਕਿ ਬਾਏ ਲਾ ਵੈਰੀਫਿਕੇਸ਼ਨ ਜ਼ਰੂਰੀ ਆ। ਤੇ ਜਦੋਂ ਵੈਰੀਫਿਕੇਸ਼ਨ ਥਾਣੇ 'ਚ ਕੀਤੀ ਜਾਂਦੀ ਹੈ ਉਸ ਵੇਲੇ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਰੈਂਟ ਡੀਡ ਕਰ ਰਿਹਾ ਉਹ ਬੰਦੇ ਦਾ ਪਿਛੋਕੜ ਕੀ ਹੈ। ਸੋ ਇਹਨਾਂ ਕੰਮ ਜ਼ਰੂਰ ਕਰ ਲਓ, ਇਹ ਬਹੁਤ ਜ਼ਰੂਰੀ ਆ। ਅੱਗੇ ਜਾ ਕੇ ਪਤਾ ਨਹੀਂ ਕੀ ਚੱਕਰ ਝਮੇਲੇ ਪੈਣੇ ਆ। ਬਿਲਕੁਲ। ਏਬੀਵੀਪੀ ਜਿਹਨੂੰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵੀ ਕਹਿ ਦਿੰਦੇ ਆ, ਉਹਦੇ ਕਿਸੇ ਲੀਡਰ ਤੇ ਬਲਾਤਕਾਰ ਦੇ ਇਲਜ਼ਾਮ ਲੱਗਿਆ ਤੇ ਸੁਪਰੀਮ ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ। ਮਿੰਟੂ ਜੀ, ਮਾਜਰਾ ਕੀ ਹੈ ਪੂਰਾ? ਦੇਖੋ ਇਹਦੇ ਵਿੱਚ ਕੀ ਹੈ ਕਿ ਏਬੀਵੀਪੀ ਦਾ ਜਿਹੜਾ ਇਹ ਹੈਗਾ ਨੇਤਾ, ਸ਼ੁਭਾਂਗ ਗੋਟੀਆ ਦਾ ਨਾਂ ਹੈ, ਗੋਟੀਆ। ਜੀ। ਅਸਲ 'ਚ ਇਹਦੇ ਤੇ ਦੋਸ਼ ਇਹ ਲਾਇਆ ਸੀ, ਇੱਕ ਕੁੜੀ ਨੇ 22-23 ਵਰ੍ਹਿਆਂ ਦੀ ਕੁੜੀ ਸੀਗੀ, ਹੂੰ। ਕਿ ਇਹਨੇ ਬਈ ਮੇਰੇ ਨਾਲ ਪਹਿਲਾਂ ਚੱਕਰ ਚਲਾਇਆ ਤੇ ਉਸ ਤੋਂ ਬਾਅਦ ਫਿਰ ਸਰੀਰਕ ਸੰਬੰਧ ਬਣਾ ਲਏ, ਸੰਦੂਰ ਵਗੈਰਾ ਭਰ ਕੇ, ਮਤਲਬ ਕਿ ਸ਼ਾਦੀ ਦਾ ਲਾਰਾ ਲਾ ਕੇ। ਤੇ ਫਿਰ ਇਹਦੇ ਪਰਿਵਾਰ ਨੇ
ਮਿਲ ਕੇ ਮੇਰਾ ਗਰਭਪਾਤ ਵੀ ਕਰਾਇਆ, ਅਬੋਰਸ਼ਨ ਕਰਾਇਆ ਤੇ ਫਿਰ ਉਹਨੇ ਇਹਦੇ ਖਿਲਾਫ ਮੁਕੱਦਮਾ ਦਰਜ ਕਰਾ ਦਿੱਤਾ ਸੀਗਾ। ਮਤਲਬ ਕਿ 2018 ਤੋਂ ਇਹਨਾਂ ਦਾ ਮੇਲ ਮਿਲਾਪ ਸਟਾਰਟ ਹੋਇਆ ਸੀਗਾ। ਉੱਤੇ ਬਾਅਦ ਇਹਦੇ ਤੇ ਬਲਾਤਕਾਰ ਦਾ ਕੇਸ ਦਰਜ ਹੋਇਆ। ਇਹ ਚਲੇ ਗਿਆ ਅੰਦਰ, ਸਰੈਂਡਰ ਕੀਤਾ ਸੀ ਇਹਨੇ, ਮੇਰੇ ਖਿਆਲ ਦੇ ਨਾਲ ਕਾਫੀ ਉਦੋਂ ਸੁਰਖੀ ਬਣੀ ਸੀਗੀ ਵੱਡੀ। ਤਾਂ ਹੋਇਆ ਕੀ ਸੀਗਾ ਕਿ ਨਵੰਬਰ 2021 ਦੇ ਵਿੱਚ ਜਬਲਪੁਰ ਹਾਈ ਕੋਰਟ ਨੇ ਜ਼ਮਾਨਤ ਦੇ ਦਿੱਤੀ ਸੀ। ਪਰ ਇਹਦੇ ਜਿਹੜੇ ਮਤਲਬ ਕਿ ਹੁਣ ਵੱਡੇ ਘਰਾਂ ਦੇ ਜਿਹੜੇ ਲੋਕ ਹੁੰਦੇ, ਵੱਡੇ ਘਰਾਂ ਦੇ ਕਾਕੇ ਹੁੰਦੇ ਆ, ਇੱਥੇ ਤੇ ਕਈਆਂ ਦੇ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਦੇਖੀਦੇ ਆ ਕਿ ਉਹਨਾਂ ਦੀਆਂ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ 'ਚ ਵੀ ਰਿਹਾਈਆਂ ਹੁੰਦੀਆਂ ਨੇ ਤੇ ਜਲਸੇ ਦੇ ਰੂਪ 'ਚ ਉਹਨਾਂ ਨੂੰ ਲਿਆਂਦਾ ਜਾਂਦਾ ਤੇ ਇਹਦੇ ਹੋਰਡਿੰਗਸ ਲੱਗ ਗਏ, ਭਈਆ ਇਜ਼ ਬੈਕ, ਜੀ ਭਈਆ ਇਜ਼ ਬੈਕ। ਜਦੋਂ ਹੋਰਡਿੰਗ ਲੱਗ ਗਏ ਤਾਂ ਮਾਮਲਾ ਫਿਰ ਸੁਪਰੀਮ ਕੋਰਟ 'ਚ ਚਲੇ ਗਿਆ, ਜ਼ਮਾਨਤ ਨੂੰ ਚੈਲੰਜ ਹੋ ਗਿਆ। ਤਾਂ ਹੁਣ ਸੁਪਰੀਮ ਕੋਰਟ ਨੇ ਪੁੱਛਿਆ, ਸੁਪਰੀਮ ਕੋਰਟ ਨੇ ਖੁਦ ਉਹਨੇ ਕਿਹਾ ਨੋਟਿਸ ਘੱਲੋ ਇਹਨਾਂ ਨੂੰ ਸੁਪਰੀਮ ਕੋਰਟ ਕਿ ਕਿਉਂ ਨਾ ਤੇਰੀ ਜ਼ਮਾਨਤ ਖਾਰਜ ਕਰ ਦਿੱਤੀ ਜਾਵੇ। ਭਈਆ ਇਸ ਬੈਕ ਬੈਨਰ ਕਿਉਂ ਲਾਇਆ, ਕਿ ਤੁਸੀਂ ਜਸ਼ਨ ਮਨਾ ਰਹੇ ਜੇ ਜੀ। ਫਿਰ ਖੁਦ ਸੀਜੇਆਈ ਐਨਵੀ ਰਮन्ना ਨੇ ਜਿਹੜਾ ਦੋਸ਼ੀ ਦਾ ਵਕੀਲ ਸੀ ਉਹਨੂੰ ਕਿਹਾ ਕਿ ਇਹ ਭਈਆ ਇਸ ਬੈਕ ਕੀ ਆ ਬਈ, ਕੀ ਆ ਇਹ, ਤੇ ਆਪਣੇ ਭਈਆ ਨੂੰ ਕਹੋ ਕਿ ਹੁਣ ਇੱਕ ਹਫ਼ਤਾ ਸਾਵਧਾਨ ਰਹੇ। ਮਤਲਬ ਕਿ ਦੱਸ ਦਿੱਤਾ ਕਿ ਇਹਦਾ ਕੰਮ ਹੁਣ ਬਈ ਖਰਾਬੇ ਵਾਲਾ ਹੈ। ਸੋ ਸੁਪਰੀਮ ਕੋਰਟ ਨੇ ਇਹਦਾ ਸਖਤ ਦੋਸ਼ ਲਿਆ। ਪਰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬਹੁਤ ਚੱਲਦੀਆਂ ਨੇ। ਸਾਰਾ ਕੁਛ ਹੈ ਜਿਹੜਾ ਇੱਕ ਪਤਾ ਹੀ ਹੈ ਕਿ ਧਿਰ ਕਰਕੇ ਆ ਜਿਹੜੀ ਸ਼ਹਿ ਦਿੰਦੀ ਹੈ ਇਹਨਾਂ ਚੀਜ਼ਾਂ ਨੂੰ, ਉਹ ਬਹੁਤ ਕੁਛ ਹੈ ਇੰਡੀਆ ਦੇ ਵਿੱਚ। ਮੈਂ ਕੱਲ ਵੀ ਤੁਹਾਨੂੰ ਦੱਸਿਆ ਸੀਗਾ ਕਿ ਕਿਸ ਤਰੀਕੇ ਨਾਲ ਇੱਕ ਵਿਸ਼ੇਸ਼ ਭਾਈਚਾਰੇ ਦੇ ਉਲਟ ਇੱਥੇ ਮੂਵਮੈਂਟ ਚਲਾਈ ਜਾ ਰਹੀ ਉਹਨਾਂ ਨੂੰ ਸਪਰੈਸ ਕਰਨ ਵਾਸਤੇ, ਔਰ ਉਹਦੇ ਵਿੱਚ ਅਥਾਰਟੀਜ਼, ਉਹਦੇ ਵਿੱਚ ਜੋ ਸਾਡੀਆਂ ਸੰਸਥਾਵਾਂ ਨੇ ਉਹ ਬਿਲਕੁਲ ਇੱਕ ਤਰ੍ਹਾਂ ਨਾਲ ਕਹਿ ਲਓ ਕੋਲੈਪਸ ਕਰ ਰਹੀਆਂ ਨੇ। ਮੀਡੀਆ ਵਨ ਸਾਈਡਡ ਹੋ ਚੁੱਕਾ ਵਾ। ਫਿਰ ਜਦੋਂ ਇਸ ਤਰ੍ਹਾਂ ਦਾ ਰੋਲ ਹੋ ਜਾਵੇ, ਬਹੁ ਗਿਣਤੀ ਜਦੋਂ ਖੁਸ਼ ਹੋਵੇ ਇਸ ਗਿਣਤੀ 'ਚ ਕਿ ਹਾਂ ਬਾਈ ਠੀਕ ਹੈ ਸਾਡੇ ਬੰਦੇ ਤੇ ਐਂ ਕਰਨਗੇ, ਤਾਂ ਫਿਰ ਇਹੋ ਜਿਹੇ ਜਿਹੜੇ ਲੱਲੂ ਪੰਜੂ ਹੁੰਦੇ ਆ ਉਹ ਇਸ ਤਰ੍ਹਾਂ ਦਾ ਕਰਦੇ ਹੀ ਆ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਇਹਨਾਂ ਚੀਜ਼ਾਂ ਤੇ ਪਰ ਚਰਚਾ ਬਹੁਤ ਘੱਟ ਹੁੰਦੀ ਹੈ। ਬਹੁਤ ਲੋਕ ਘੱਟ ਨੇ ਪੰਜਾਬ ਦੇ ਵਿੱਚ ਜਾਂ ਇੱਥੇ ਸਾਡੇ ਮੀਡੀਆ ਅਦਾਰਿਆਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਨੈਰੇਟਿਵਸ ਦੇ ਉਲਟ ਜਾਂ ਇਸ ਤਰ੍ਹਾਂ ਦੇ ਨੈਰੇਟਿਵ ਬਾਬਤ ਸੱਚ ਬੋਲਦੇ ਆ। ਜਾਂਦੇ ਜਾਂਦੇ ਮਿੰਟੂ ਜੀ ਉਸ ਮਸਲੇ ਦੀ ਗੱਲ ਕਰ ਲਈਏ ਜਿਹੜਾ ਮਸਲਾ ਸਾਡੇ ਲਈ ਕਦੇ ਮਸਲਾ ਬਣਿਆ ਹੀ ਨਹੀਂ ਹੈ। ਪ੍ਰਦੂਸ਼ਣ ਦੱਸਦੇ ਆ ਵੀ ਭਾਰਤ ਦੇ 8 ਸ਼ਹਿਰਾਂ ਦੇ ਵਿੱਚ ਲੱਖਾਂ ਮੌਤਾਂ ਹੋ ਗਈਆਂ ਤੇ ਸਭ ਤੋਂ ਵੱਡਾ ਕਾਰਨ ਪ੍ਰਦੂਸ਼ਣ ਸੀਗਾ। ਕੀ ਇਹ ਸੱਚ ਹੈ? ਹਾਂਜੀ ਬਿਲਕੁਲ, ਇਸ ਤਰ੍ਹਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਆਉਂਦੀਆਂ ਨੇ। ਵਿਗਿਆਨੀਆਂ ਦੀ ਇੱਕ ਟੀਮ ਨੇ 2005 ਤੋਂ 2008 ਦਾ ਜਿਹੜਾ ਮਤਲਬ ਕਿ ਨਾਸਾ ਤੇ ਜੋ ਯੂਰਪੀ ਅੰਤਰਿਕਸ਼ ਜਿਹਨੂੰ ਏਜੰਸੀ ਕਹਿ ਦਿੰਦੇ ਆ, ਇਹਦੇ ਨਾਲ ਜੋ ਵੀ ਉਹ ਅਪਗ੍ਰੇਡ ਸੈਟਲਾਈਟ ਵਗੈਰਾ ਇਹ ਸਾਰਾ ਕੁਛ ਉਹਦਾ ਅਧਿਐਨ ਕਰਕੇ ਅਫਰੀਕਾ ਦਾ, ਏਸ਼ੀਆ ਦਾ, ਮੱਧ ਪੂਰਬ ਦਾ ਇਹ 46 ਸ਼ਹਿਰ ਕੱਢੇ ਸਨ ਜਿੱਥੇ ਹਵਾ ਪ੍ਰਦੂਸ਼ਣ ਜਿਹੜੀ ਹੈ ਉਹ ਮਾਰ ਕਰਦਾ। ਤਾਂ ਪ੍ਰਦੂਸ਼ਿਤ ਹਵਾ ਜਿੱਥੇ ਜ਼ਿੰਦਗੀ ਦੇਣ ਦੀ ਥਾਂ ਤੇ ਜ਼ਿੰਦਗੀ ਖੋ ਰਹੀ ਹੈ। ਤਾਂ ਸਾਡੇ ਜਿਹੜੇ 8 ਸ਼ਹਿਰ ਆ, ਇਹਦਾ ਅੰਕੜਾ ਜਿਹੜਾ ਦੁਨੀਆ 'ਚ ਸਭ ਤੋਂ ਜ਼ਿਆਦਾ ਨਿਕਲਿਆ ਇਹ ਸ਼ਹਿਰ ਨੇ ਬੰਬੇ, ਬੰਗਲੌਰ, ਕਲਕੱਤਾ, ਹੈਦਰਾਬਾਦ, ਚੇਨਈ, ਮਦਰਾਸ ਜਿਹਨੂੰ ਆਨੇ ਆ, ਸੂਰਤ, ਪੁਣੇ ਤੇ ਅਹਿਮਦਾਬਾਦ, ਗੁਜਰਾਤ। ਅੱਛਾ, ਇਹਨਾਂ 8 ਸ਼ਹਿਰਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ 13 ਲੱਖ ਮੌਤਾਂ ਹੋਈਆਂ। ਮਤਲਬ ਕਿ 13 ਲੱਖ ਮੌਤਾਂ ਹਿਸਾਬ ਲਾ ਲਓ ਕਿ 2005 ਤੋਂ 18 ਦਾ ਜਿਹੜਾ ਇਹ ਅਧਿਐਨ ਹੈ। ਤੇ ਇਸ ਸਮੇਂ ਦੇ ਦੌਰਾਨ ਮਹਿਜ਼ 8 ਸ਼ਹਿਰਾਂ ਦੇ ਵਿੱਚ 13 ਲੱਖ ਆਦਮੀ ਦਾ ਪ੍ਰਦੂਸ਼ਿਤ ਹਵਾ ਦੇ ਨਾਲ ਮਰ ਜਾਣਾ। ਇਹ ਸਾਫ਼ ਕਰਦਾ ਹੈ, ਇਹ ਸਪਸ਼ਟ ਕਰਦਾ ਹੈ ਕਿ ਇੰਡੀਆ ਦੇ ਹਵਾ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਜ਼ਹਿਰ ਘੁਲਿਆ ਹੋਇਆ। ਔਰ ਮਾਫ ਕਰਨਾ, ਇਹ ਇੰਡੀਆ ਦਾ ਕੋਈ ਇੱਕ ਛੋਟਾ ਜਿਹਾ ਹਿੱਸਾ ਛੱਡ ਦਈਏ, ਬਾਕੀ ਸਾਰੇ ਹਿੱਸਿਆਂ ਦਾ ਇਹੋ ਹਾਲ ਹੈ। ਏਅਰ ਕੁਆਲਿਟੀ ਇੰਡੈਕਸ ਚੈੱਕ ਕਰ ਲਓ, ਬਹੁਤੇ ਥਾਵਾਂ ਤੇ ਤੁਹਾਨੂੰ 150 ਤੋਂ ਉੱਤੇ ਹੀ ਮਿਲੇਗਾ। ਤਾਂ ਜਦ 150 ਤੋਂ ਉੱਤੇ, ਇੱਥੇ ਉਹ ਛੱਡੋ, ਇੱਥੇ ਤੇ ਧੁਨੀ ਪ੍ਰਦੂਸ਼ਣ ਹੈ ਜਿਹੜਾ ਕਿ 40 ਡੈਸੀਬਲ ਰਹਿਣਾ ਚਾਹੀਦਾ ਹੈ, ਉਹ ਹੀ ਨਹੀਂ ਹੈਗਾ। ਇੱਥੇ ਕੱਲ ਖਬਰ ਆਉਣ ਡਈ ਸੀ ਨਿਊਜ਼ 18 ਨਾਲ, ਉਹਦਾ ਤੇ ਦੂਜੇ ਪਾਸੇ ਤੁਰੇ ਫਿਰਦੇ ਆ। ਇਹਨਾਂ ਦੇ ਪੱਤਰਕਾਰ ਨੇ ਰਾਤ ਨੂੰ ਉੱਠ ਕੇ ਆਵਾਜ਼ ਬੁਲੰਦ ਕੀਤੀ ਆਪਣੀ ਸੁਸਾਇਟੀ 'ਚ ਕਿ ਭਾਈ ਜਗਰਾਤਾ ਬੰਦ ਕਰ ਲਓ ਯਾਰ, 11 ਵੱਜ ਗਏ। ਉਹ ਕਹਿੰਦੇ ਕਿ ਪੁਲਿਸ ਦਾ ਆਰਡਰ ਹੈ, ਲਾਵਾਂਗੇ ਜਗਰਾਤਾ। ਉਹਨੇ ਆਖਿਆ ਮੈਨੂੰ ਆਰਡਰ ਦਿਖਾ ਦਿਓ। ਉਹਨੇ ਆਖਿਆ ਖੜ, ਤੇਰਾ ਆਰਡਰ ਤੈਨੂੰ ਦਿਖਾਈ ਐਸੀ ਕੀਤਾ ਸੀ, ਤੂੰ ਤੇ ਪਾਕਿਸਤਾਨੀ। ਉਹਨੇ ਆਖਿਆ ਮਾਰੋ ਇਹਨੂੰ, ਮਾਰੋ ਇਹਦੇ ਜੀ ਕਰੋ, ਨੰਗੇ ਸਾਰੇ ਘਮਾਓ ਸੁਸਾਇਟੀ ਦੇ ਵਿੱਚ। ਤੇ ਉਲਟਾ
ਉਹਨਾਂ ਨੇ ਦਰਖਾਸਤ ਦੇ ਦਿੱਤੀ ਸੋ ਕਿ ਜੀ ਇਹ ਤੇ ਸ਼ਰਾਬ ਪੀ ਕੇ ਰੱਜ ਕੇ ਆ ਕੇ ਸਾਡਾ ਜਗਰਾਤਾ ਬੰਦ ਕਰ ਦਿੱਤਾ ਸੀ। ਕੀ ਕਰੋਗੇ? ਪਰ ਇਹਨਾਂ ਨੂੰ ਵੀ ਮੱਤ ਥੋੜੀ ਜਿਹੀ ਆਉਣੀ ਚਾਹੀਦੀ ਹੈ, ਜਿਹੜੇ ਭਾਰਤ ਪਾਕਿਸਤਾਨ ਹਰ ਟਾਈਮ ਕਰਦੇ ਰਹਿੰਦੇ ਆ। ਸੋ ਹਾਲਾਤ ਜਦੋਂ ਇਸ ਤਰ੍ਹਾਂ ਦੇ ਬਣ ਜਾਣ, ਫਿਰ ਕੌਣ ਪ੍ਰਦੂਸ਼ਣ ਨੂੰ ਪੁੱਛਦਾ ਜੇ, ਕੌਣ ਮਹਿੰਗਾਈ ਨੂੰ ਪੁੱਛਦਾ ਜੇ, ਕੌਣ ਹਕੂਕਾਂ ਨੂੰ ਪੁੱਛਦਾ ਜੇ। ਬਸ ਜਦੋਂ ਲੋਕ ਸਨੂਨੀ ਹੋ ਜਾਣ, ਉਹ ਜੋ ਕੁਛ ਕਹਿ ਦਿੰਦੇ ਆ ਤਾਂ ਉਹ ਮੰਨ ਲੈਂਦੇ ਕਿ ਠੀਕ ਹੈ, ਸਭੋ ਸੱਚ ਆ। ਇਹ ਬਹੁਤ ਵੱਡੀ ਸਮੱਸਿਆ ਹੈ, ਔਰ ਇਹ ਕਿਸੇ ਇੱਕ ਸਟੇਟ ਜਾਂ ਇੱਕ ਸ਼ਹਿਰ ਦੀ ਸਮੱਸਿਆ ਨਹੀਂ ਹੈ। 8 ਸ਼ਹਿਰ ਜੇ ਆਪਾਂ ਗਿਣੇ ਨੇ ਤਾਂ ਇਹਦਾ ਮਤਲਬ ਇਹ ਹੈ ਕਿ ਸਾਰੇ ਪਾਸੇ ਇਹੋ ਹਾਲ ਹੈ। ਇਹ ਨਹੀਂ ਹੈ ਕਿ ਸਾਰੇ ਦੂਜੇ ਸ਼ਹਿਰ ਜਿਹੜੇ ਬਚ ਗਏ ਆ, ਤਾਂ ਸਾਡੇ ਪੰਜਾਬ ਦੇ ਵਿੱਚ ਵੀ ਇਹੋ ਹਾਲ ਹੈ। ਜ਼ਿਆਦਾਤਰ ਸ਼ਹਿਰ ਜਿਹੜੇ ਆ ਪੋਲਿਊਟ ਹਵਾ ਜਿਹੜੀ ਆ ਉਹਦੇ ਵਿੱਚ ਹੀ ਰਹਿ ਰਹੇ। ਜੀ ਬਿਲਕੁਲ, ਗਵਰਨਮੈਂਟ ਦੇ ਸਿਰਜੇ ਨੈਰੇਟਿਵ ਜਾਂ ਪਾਰਟੀਆਂ ਵਿਸ਼ੇਸ਼ ਜਾਂ ਇੱਕ ਭਾਈਚਾਰੇ ਦੇ ਵਿਸ਼ੇਸ਼ ਸਿਰਜੇ ਨੈਰੇਟਿਵ ਤੇ ਬੋਲਣਾ ਬੜਾ ਔਖਾ ਹੈ, ਖਾਸ ਕਰਕੇ ਸਟੇਟ ਸੱਤਾ ਜਿਹਦੇ ਕੋਲੇ ਸਾਰਾ ਕੁਛ ਆ। ਪਰ ਪੰਜਾਬੀ ਰੇਡੀਓ ਯੂਐਸਏ ਇਸ ਕਰਕੇ ਖੁਸ਼ਕਿਸਮਤ ਹੈ ਕਿ ਸਾਡੇ ਕੋਲੇ ਸਰੋਤਿਆਂ ਦੀ ਟੀਮ ਤੇ ਸਾਡੇ ਕੋਲੇ ਨਿਊਜ਼ ਐਨਾਲਿਸਟ ਐਸੇ ਨੇ ਜਿਹੜੇ ਇਹਨਾਂ ਚੀਜ਼ਾਂ ਤੇ ਬੋਲਦੇ ਨੇ। ਔਰ ਪਿਛਲੇ ਕਈ ਦਿਨਾਂ ਤੋਂ ਜੋ ਇਸ ਵੇਲੇ ਬਹੁਤ ਵੱਡੀਆਂ ਖਬਰਾਂ ਨੇ ਜੋ ਲੁਕੋ ਲਈਆਂ ਜਾਂਦੀਆਂ ਨੇ, ਜਿਨ੍ਹਾਂ ਤੇ ਸਾਰਾ ਮੀਡੀਆ ਚੁੱਪ ਆ, ਅਸੀਂ ਹਰ ਰੋਜ਼ ਰਾਮਨੌਮੀ, ਕਸ਼ਮੀਰ ਫਾਈਲਜ਼ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਸਾਡੇ ਨਿਊਜ਼ ਐਨਾਲਿਸਟ ਹਮੇਸ਼ਾ ਬੋਲਦੇ ਨੇ ਤੇ ਸਾਨੂੰ ਮਾਣ ਆ ਕਿ ਬੋਲਦੇ ਰਹਿਣਗੇ। ਮਿੰਟੂ ਜੀ, ਸ਼ਾਨਦਾਰ ਕਮੈਂਟ ਤੇ ਅਥਾਹ ਇਨਫੋਰਮੇਸ਼ਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਜੀ, ਧੰਨਵਾਦ ਜੀ। ਸੋ ਦੋਸਤੋ, ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਅਸੀਂ ਜੁੜਦੇ ਹਾਂ ਮਿੰਟੂ ਗੁਰਸਿੱਗਾ ਜੀ ਦੇ ਨਾਲ, ਜਿਨ੍ਹਾਂ ਨੇ ਸਾਨੂੰ ਭਾਰਤ ਦੇ ਸ਼ਹਿਰਾਂ ਦੇ ਵਿੱਚ ਪ੍ਰਦੂਸ਼ਣ ਦੇ ਨਾਲ ਜੋ ਮੌਤਾਂ ਹੋਈਆਂ ਨੇ ਉੱਥੋਂ ਲੈ ਕੇ ਤੇ ਪੰਜਾਬ ਦੇ ਅਫਸਰਾਂ ਦੇ ਨਾਲ ਮੀਟਿੰਗ ਕਰਕੇ ਕੇਜਰੀਵਾਲ ਜਿਹੜੇ ਕਸੂਤੇ ਘਿਰੇ ਨੇ ਉੱਥੋਂ ਤੱਕ ਸਾਨੂੰ ਜਾਣਕਾਰੀਆਂ ਦਿੱਤੀਆਂ ਨੇ। ਆਪਾਂ ਹੁਣ ਰੁਕਾਂਗੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ। ਉਸ ਤੋਂ ਬਾਅਦ ਦੇਸ਼ ਦੀਆਂ ਦੁਨੀਆ ਦੇ ਨਾਲ ਜੁੜੀਆਂ ਕੁਝ ਅਹਿਮ ਹੋਰ ਖਬਰਾਂ ਤੇ ਆਪਾਂ ਜਾਂਦੇ ਨਜ਼ਰ ਮਾਰਾਂਗੇ। ਤੋਂ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਮੇਰੇ ਘਰ 'ਚ ਤਾਂ ਬਲੈਕ ਐਂਡ ਵਾਈਟ ਫਰਨੀਚਰ ਹੋਊ ਤੇ ਕੰਧਾਂ ਗ੍ਰੇ ਕਲਰ ਦੀਆਂ। ਹਾਂ ਬਸ ਨੀਂਦ 'ਚ ਮਹਿਲ ਬਣਾਈ ਜਾਓ, ਪਰ ਤੁਹਾਡੇ ਸੁਪਨੇ ਰਿਐਲਿਟੀ 'ਚ ਬਦਲਣਗੇ। ਹਰਜੋਤ ਸਿੰਘ ਜੀ ਇਹ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਖਰੀਦਣ ਤੇ ਵੇਚਣ ਦੇ ਮਾਹਿਰ ਨੇ। ਸੈਕਰਾਮੈਂਟੋ ਜਾਂ ਪਲਾਸਰ ਕਾਉਂਟੀ ਦੇ ਕਿਸੇ ਵੀ ਸ਼ਹਿਰ ਜਿਵੇਂ ਰੋਜ਼ਵੈਲ
Dallas, Texas. ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਖਬਰ ਤੇ ਨਜ਼ਰ। ਦਰਸ਼ਕੋ ਸਰੋਤਿਓ, ਸਾਡੇ ਪੰਜਾਬ ਦੇ ਵਿੱਚੋਂ ਬਹੁਤ ਸਾਰੀਆਂ ਖਬਰਾਂ ਐਸੀਆਂ ਆ ਰਹੀਆਂ ਨੇ, ਬਹੁਤ ਸਾਰੀਆਂ ਵੀਡੀਓਜ਼ ਅਸੀਂ ਦੇਖਦੇ ਹਾਂ ਕਿ ਕਣਕ ਨੂੰ ਬਹੁਤ ਥਾਈਂ ਅੱਗ ਲੱਗਦੀ ਹੈ, ਖੜੀ ਕਣਕ ਨੂੰ ਅੱਗ ਲੱਗਦੀ ਹੈ। ਉਹ ਤੋਂ ਬਚਾਅ ਕਿਵੇਂ ਕੀਤਾ ਜਾ ਸਕਦਾ ਹੈ, ਇਹਦੇ ਬਾਰੇ ਬਿਹਤਰ ਤਾਂ ਸਾਡੇ ਕਿਸਾਨ ਬੇਸ਼ੱਕ ਜਾਣਦੇ ਨੇ, ਪਰ ਕੁਝ ਕੁ ਅਣਗਹਿਲੀਆਂ ਕਰਕੇ ਸਾਡੇ ਕਿਸਾਨ ਵੀਰਾਂ ਦੀ ਕਈ ਵਾਰੀ ਹਜ਼ਾਰਾਂ ਏਕੜ ਕਣਕ ਆ, ਜਾਂ ਕਈ ਵਾਰੀ ਸੈਂਕੜੇ ਏਕੜ ਕਣਕ ਆ, ਜਾਂ ਕਈ ਵਾਰੀ ਹੋਰ ਬਹੁਤ ਸਾਰਾ ਵੱਡਾ ਹਿੱਸਾ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਵਾ। ਤੇ ਨਾਲ ਨਾਲ ਉੱਥੇ ਚੱਲ ਰਹੀ ਮਸ਼ੀਨਰੀ, ਮਸਲਨ ਤੂੜੀ ਚ ਬਣਾਉਣ ਵਾਲੀ ਕੰਬਾਈਨ ਜਾਂ ਵੱਢਣ ਵਾਲੀ ਜਿਹੜੀ ਮਸ਼ੀਨ ਆ, ਉਹ ਵੀ ਕਈ ਵਾਰੀ ਅੱਗ ਦੀ ਲਪੇਟ ਦੇ ਵਿੱਚ ਆ ਜਾਂਦੀ ਹੈ। ਕਈ ਵਾਰੀ ਸਾਡੇ ਕਿਸਾਨ ਭਰਾ ਵੀ ਅੱਗ ਦੀ ਲਪੇਟ ਦੇ ਵਿੱਚ ਆਉਣ ਕਰਕੇ ਆਪਣੀਆਂ ਜਾਨਾਂ ਗਵਾ ਲੈਂਦੇ ਨੇ। ਸਾਡੀ ਸੁਤਾ ਬਹੁਤ ਸਾਰੀ ਪੰਜਾਬ ਦੇ ਵਿੱਚ ਹੀ ਰਹਿੰਦੀ ਆ। ਅਸੀਂ ਜਦੋਂ ਸੋਚਦੇ ਹਾਂ ਤਾਂ ਪੰਜਾਬ ਦੇ ਬਾਰੇ ਜ਼ਰੂਰ ਸੋਚਦੇ ਹਾਂ, ਭਾਵੇਂ ਰਾਤ ਨੂੰ ਪੈਣ ਲੱਗੇ, ਭਾਵੇਂ ਤੜਕੇ ਉੱਠਣ ਲੱਗੇ ਜਾਂ ਦਿਨੇ। ਸਾਡੀ ਜਿਹੜੀ ਚਰਚਾ ਵਾ ਮੋਸਟਲੀ ਪੰਜਾਬ ਦੇ ਨੇੜੇ ਤੇੜੀ ਘੁੰਮਦੀ, ਚਾਹੇ ਅਸੀਂ ਉੱਥੋਂ ਦੇ ਪੋਲੀਟਿਕਸ ਸਿਨਾਰੀਓ ਬਾਰੇ ਚਰਚਾ ਕਰ ਲਈਏ, ਚਾਹੇ ਕਿਤੇ ਵੀ। ਪਰ ਫਿਰ ਵੀ ਇਹ ਚੀਜ਼ਾਂ ਕਿਵੇਂ ਰੁਕ ਸਕਦੀਆਂ ਨੇ, ਇਹਦੇ ਬਾਰੇ ਇੱਕ ਸੰਖੇਪ ਜੀ ਚਰਚਾ ਕਰਾਂਗੇ। ਪਰ ਉਸ ਤੋਂ ਪਹਿਲਾਂ ਅਹਿਮ ਨਜ਼ਰਾਂ ਮਾਰਦੇ ਹਾਂ ਕੁਝ ਹੋਰ ਖਬਰਾਂ ਤੇ। ਮਿਸਰ ਦੇ ਵਫਦ ਨੇ ਪੰਜਾਬ ਦੀਆਂ ਕਈ ਦਾਣਾ ਮੰਡੀਆਂ ਦਾ ਦੌਰਾ ਕੀਤਾ ਤੇ ਗੋਦਾਮਾਂ ਦਾ ਵੀ ਦੌਰਾ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ, ਕੇਂਦਰੀ ਏਜੰਸੀ ਇਪੀਡਾ ਅਤੇ ਵੇਅਰਿੰਗ ਹਾਊਸਿੰਗ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਨਾਲ ਮਿਸਰ ਦੇ ਜਿਹੜੇ ਮਾਹਰ ਆ, ਉਹ ਵਫਦ ਨੇ ਖੜੀ ਕਣਕ ਦਾ ਵੀ ਨਿਰੀਖਣ ਕੀਤਾ ਕਈ ਇਲਾਕਿਆਂ ਦੇ ਵਿੱਚ। ਸੋ ਮੀਟਿੰਗ ਵੀ ਹੋਈ ਹੈ ਇੱਕ। ਸਾਡੇ ਜਿਹੜੇ ਪੀਓਜੀ ਜਾਂ ਪੀਏਯੂ ਦੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਾਂ ਪੰਜਾਬ ਐਗਰੋ ਦੇ ਜਿਹੜੇ ਅਧਿਕਾਰੀ ਆ, ਉਹਨਾਂ ਦੇ ਨਾਲ ਵੀ ਮੀਟਿੰਗ ਹੋਈ ਹੈ। ਤੇ ਉਸ ਤੋਂ ਬਾਅਦ ਇਹ ਦੱਸਿਆ ਗਿਆ ਵੀ ਪਹਿਲਾਂ ਮਿਸਰ ਵੱਲੋਂ ਆਮ ਤੌਰ ਤੇ ਰੂਸ ਤੇ ਯੂਕਰੇਨ ਤੋਂ ਹੀ ਕਣਕ ਖਰੀਦੀ ਜਾਂਦੀ ਹੈ, ਪਰ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਉਹ ਭਾਰਤ ਸਮੇਤ ਹੋਰਨਾਂ ਮੁਲਕਾਂ ਦੇ ਵਿੱਚ ਸੰਭਾਵਨਾਵਾਂ ਜਿਹੜੀਆਂ ਨੇ ਤਲਾਸ਼ ਰਹੇ ਨੇ। ਆਪਾਂ ਨੂੰ ਪਤਾ ਹੈ ਕਿ ਰੂਸ ਤੇ ਯੂਕਰੇਨ ਦੇ ਵਿਚਾਲੇ ਯੁੱਧ ਜਿਹੜਾ ਉਹ ਚੱਲ ਰਿਹਾ। ਇਸ ਕਰਕੇ ਜਿਹੜੀ ਕੌਮਾਂਤਰੀ ਲੈਣ ਦੇਣ ਆ, ਜਾਂ ਜਿਹੜਾ ਕੌਮਾਂਤਰੀ ਬਿਜ਼ਨਸ ਆ, ਜਾਂ ਜਿਹੜੀ ਕੌਮਾਂਤਰੀ ਪੋਲਿਟਿਕਸ ਆ, ਉਹ ਬਹੁਤ ਸਾਰੀਆਂ ਚੀਜ਼ਾਂ ਤੇ ਉੱਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਸਮੀਕਰਨ ਲਗਾਤਾਰ ਬਦਲ ਰਹੇ ਨੇ। ਜਿਹੜਾ ਇਹ ਵਫਦ ਆ, ਉਹਨੇ ਸੰਗਰੂਰ ਦੇ ਭਵਾਨੀਗੜ੍ਹ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਤੇ ਉਸ ਤੋਂ ਬਾਅਦ ਫਤਿਹਗੜ੍ਹ ਛੰਨਾ ਤੇ ਬਲਵਾੜ ਖੁਰਦ ਦੇ ਖੇਤਾਂ ਦੇ ਵਿੱਚ ਵੀ ਜਿਹੜੀ ਕਣਕ ਖੜੀ ਸੀ, ਉਹਦਾ ਨਿਰੀਖਣ ਕੀਤਾ। ਸੋ ਮਿਸਰ ਦੇ ਜਿਹੜੇ ਪੌਦ ਸੁਰੱਖਿਆ ਵਿਭਾਗ ਦੇ ਮਾਹਰਾਂ ਨੇ ਪੰਜਾਬ ਤੋਂ ਜਿਹੜੀ ਇਹਨਾਂ ਨੇ ਕਣਕ ਲੈਣੀ ਹੈ, ਇਸ ਸੰਬੰਧੀ ਰੁਚੀ ਦਿਖਾਈ ਹੈ। ਸੋ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਚੀਜ਼ਾਂ ਕੀ ਪੰਜਾਬ ਦੇ ਕਿਸਾਨ ਨੂੰ ਇਹ ਲਾਹਾ ਦਿੰਦੀਆਂ ਨੇ ਜਾਂ ਨਹੀਂ ਦਿੰਦੀਆਂ, ਇੱਕ ਵੱਡਾ ਸਵਾਲ ਹੈ। ਪਰ ਜਿਹੜੇ ਸੰਕੇਤ ਆ ਰਹੇ ਨੇ ਉਹ ਇਹ ਹੈ ਕਿ ਯੁੱਧ ਚੱਲਣ ਕਰਕੇ, ਜੰਗ ਚੱਲਣ ਕਰਕੇ ਕਈ ਤਰ੍ਹਾਂ ਦੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ। ਕੌਮਾਂਤਰੀ ਲੈਣ ਦੇਣ ਜਿਹੜਾ ਉਹ ਪ੍ਰਭਾਵਿਤ ਹੋ ਰਿਹਾ। ਮਹਿੰਗਾਈ ਦੀ ਗੱਲ ਕਰੀਏ, ਜਿਹਦੀ ਕੋਈ ਗੱਲ ਨਹੀਂ ਕਰਦਾ। ਮਹਿੰਗਾਈ ਦੇ ਵਿੱਚ ਖਬਰ ਇਹ ਆ ਰਹੀ ਹੈ ਕਿ ਫਰਵਰੀ ਜਿਹੜੀ ਦੇਸ਼ ਦੇ ਵਿੱਚ ਮਹਿੰਗਾਈ ਦਰ ਵੱਧ ਕੇ, ਜੇਕਰ ਹੁਣ ਮਹੀਨੇ ਦੀ ਗੱਲ ਕਰੀਏ ਤਾਂ ਉਹ 6.95% ਹੋ ਗਈ, ਜਦਕਿ ਫਰਵਰੀ ਮਹੀਨੇ ਦੇ ਵਿੱਚ 6.07% ਸੀ। ਸੋ ਤਕਰੀਬਨ 1% ਦੇ ਕਰੀਬ ਜਿਹੜੀ ਮਹਿੰਗਾਈ ਦਰ ਆ ਉਹ ਭਾਰਤ ਦੇ ਵਿੱਚ ਵੱਧ ਰਹੀ ਹੈ। ਪਰ ਭਾਰਤ ਦੇ ਵਿੱਚ ਜਿਹੜੀ ਚਰਚਾ ਵਾ ਉਹ ਹੋਰ ਗੱਲਾਂ ਤੇ ਹੋ ਰਹੀ ਹੈ, ਮਹਿੰਗਾਈ ਤੇ ਚਰਚਾ ਨਹੀਂ ਹੋ ਰਹੀ।
ਜਿਹੜਾ ਪੈਟਰੋਲ ਆ ਉਹ ਕੀ ਭਾਅ ਮਿਲ ਰਿਹਾ, ਜਿਹੜਾ ਡੀਜ਼ਲ ਹੈ ਉਹ ਕੀ ਭਾਅ ਮਿਲ ਰਿਹਾ, ਨਿੰਬੂ ਕੀ ਭਾਅ ਮਿਲ ਰਿਹਾ, ਇਹਦੇ 'ਤੇ ਕੋਈ ਚਰਚਾ ਨਹੀਂ ਕਰ ਰਿਹਾ। ਚਰਚਾ ਹੋ ਰਹੀ ਹੈ ਕਿ ਕਿਹੜੇ ਥਾਵਾਂ 'ਤੇ ਕਸ਼ਮੀਰ ਫਾਈਲਸ ਦਾ ਵਿਰੋਧ ਹੋਇਆ ਵਾ, ਕਿਹੜੇ ਥਾਵਾਂ 'ਤੇ ਰਾਮ ਨੌਮੀ ਦਾ ਜਦੋਂ ਕੱਢੇ ਜਾ ਰਹੇ ਸੀ ਝਾਕੀਆਂ ਜਾਂ ਹੋਰ, ਤਾਂ ਉੱਥੇ ਘੱਟ ਗਿਣਤੀਆਂ ਦੇ ਕਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਆ ਉਹ ਨਾਅਰੇਬਾਜ਼ੀ ਹੋਈ ਆ। ਉਹ ਗਲਤ ਚੀਜ਼ਾਂ ਨੇ। ਪਰ ਮੀਡੀਆ ਦਾ ਕੰਮ ਸਿਰਫ ਫਿਰਕੂ ਖਬਰਾਂ ਹੀ ਦੇਣਾ ਨਹੀਂ ਹੁੰਦਾ। ਮੀਡੀਆ ਦਾ ਕੰਮ ਸਰਕਾਰਾਂ ਤੇ ਨਜ਼ਰ ਰੱਖਣਾ ਵੀ ਹੁੰਦਾ ਹੈ। ਸਰਕਾਰਾਂ ਦੇ ਨਾਲ ਰਾਬਤਾ ਰੱਖਦੇ ਲੋਕ ਤਾਂ ਅੱਜ ਕੱਲ੍ਹ ਜਹਾਜ਼ਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ ਲੜਾਈਆਂ ਕਰ ਰਹੇ ਨੇ। ਜਦੋਂ ਉਹਨਾਂ ਨੂੰ ਕੋਈ ਪੁੱਛਦਾ ਹੈ ਕਿ ਬਈ ਦੱਸੋ ਆਹ ਤੁਸੀਂ ਕਹਿੰਦੇ ਸੀ, ਆਹ ਕਹਿੰਦੇ ਸੀ। ਸੋ ਇਹ ਸਾਰੀਆਂ ਚੀਜ਼ਾਂ ਨੇ। ਜਾਂਦਿਆਂ ਦੇ ਇੱਕ ਜਿਹੜੀ ਚਰਚਾ ਵਾ ਉਹ ਇਹ ਹੈ ਕਿ ਆਪਾਂ ਟਰਾਂਸਫਾਰਮਰਾਂ ਦੀ ਗੱਲ ਕੀਤੀ ਸੀ, ਕਿਸਾਨੀ ਦੀ ਗੱਲ ਕੀਤੀ ਸੀ। ਜਦੋਂ ਕਣਕ ਦੀ ਵਾਢੀ ਹੁੰਦੀ ਹੈ ਤਾਂ ਸਾਡੇ ਜਿਹੜੇ ਕਿਸਾਨ ਭਰਾ ਢਿੱਲੀਆਂ ਤਾਰਾਂ ਤੇ ਨਜ਼ਰ ਰੱਖਣ, ਤਾਂ ਜੋ ਉਹਨਾਂ ਦਾ ਸ਼ਾਰਟ ਸਰਕਟ ਨਾ ਹੋਵੇ, ਆਪਸ ਵਿੱਚ ਮਿਲ ਕੇ ਅੱਗ ਨਾ ਲੱਗੇ। ਇਸ ਤੋਂ ਇਲਾਵਾ ਬਿਜਲੀ ਦੇ ਜਿਹੜੇ ਟਰਾਂਸਫਾਰਮਰ ਆ ਉਹਦਾ ਹੇਠੋਂ ਕਣਕ ਵੱਢ ਲਈ ਜਾਵੇ ਤਾਂ ਬਚਾਅ ਹੋ ਸਕਦਾ ਹੈ। ਤੇ ਕਿਸੇ ਵੀ ਖੇਤ ਦੇ ਵਿੱਚ ਜੇ ਸੁਲਗਦੀ ਬੀੜੀ ਜਾਂ ਸਿਗਰਟ ਜੇ ਅਸੀਂ ਸਿੱਟਦੇ ਹਾਂ ਤਾਂ ਉਹਦੇ ਨਾਲ ਵੀ ਅੱਗ ਲੱਗ ਸਕਦੀ ਆ। ਇਹਨਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਬਚਾਅ ਕਰੀਏ ਤਾਂ ਸ਼ਾਇਦ ਬਹੁਤ ਵੱਡੇ ਨੁਕਸਾਨਾਂ ਤੋਂ ਜਾਨੀ ਤੇ ਮਾਲੀ ਨੁਕਸਾਨ ਤਾਂ ਹੁੰਦਾ ਹੀ ਹੈ। ਕਣਕ ਨੂੰ ਅੱਗ ਲੱਗ ਗਈ, ਮਾਲੀ ਨੁਕਸਾਨ ਹੋ ਗਿਆ। ਜਾਨੀ ਨੁਕਸਾਨ ਵੀ ਕਈ ਵਾਰੀ ਹੋ ਜਾਂਦਾ। ਸੋ ਖੇਤੀ ਮਸ਼ੀਨਰੀ, ਪਸ਼ੂਆਂ ਤੇ ਮਨੁੱਖਾਂ ਤੱਕ ਦਾ ਨੁਕਸਾਨ ਕਈ ਵਾਰੀ ਛੋਟੀਆਂ-ਛੋਟੀਆਂ ਅਣਗਹਿਲੀਆਂ ਕਰਕੇ ਹੋ ਜਾਂਦਾ ਹੈ। ਇਸ ਕਰਕੇ ਜਦੋਂ ਖੇਤਾਂ ਦੇ ਵਿੱਚ ਕੰਬਾਈਨਾਂ ਕਟਾਈ ਕਰਦੀਆਂ ਨੇ ਤਾਂ ਤਾਰਾਂ ਉੱਚੀਆਂ ਹੋਣ ਤੇ ਕਣਕ ਦੀ ਵਾਢੀ ਸਮੇਂ ਜਿਹੜੀ ਕੰਬਾਈਨ ਆ ਉਹ ਹੇਠੋਂ ਦੀ ਨਿਕਲ ਸਕੇ। ਤੇ ਉਸ ਤੋਂ ਇਲਾਵਾ ਜਦੋਂ ਕੰਬਾਈਨਾਂ ਚੱਲਦੀਆਂ ਨੇ ਤੇ ਇਹਨਾਂ ਦੇ ਕਈ ਵਾਰੀ ਆਪਸੀ ਪੁਰਜੇ ਵੀ ਜਿਹੜੇ ਆ ਰਗੜ ਖਾ ਕੇ ਜਿਹੜੀ ਆ ਉਹ ਅੱਗ ਪੈਦਾ ਕਰ ਦਿੰਦੇ ਆ। ਸੋ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ ਤਾਂ ਜੋ ਸਾਡੇ ਕਿਸਾਨਾਂ ਦਾ, ਸਾਡੇ ਮਜ਼ਦੂਰ ਭਰਾਵਾਂ ਦਾ, ਕਿਸਾਨ ਭਰਾਵਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਨਾ ਹੋ ਸਕੇ। ਅੱਗ ਲੱਗਣ ਕਰਕੇ ਇਕੱਲੇ ਨੁਕਸਾਨ ਨਹੀਂ ਹੁੰਦੇ, ਬਨਸਪਤੀ ਦਾ ਵੀ ਨੁਕਸਾਨ ਹੁੰਦਾ, ਰੁੱਖ ਸੜਦੇ ਨੇ, ਪੰਛੀਆਂ ਦਾ ਵੀ ਕਈ ਵਾਰੀ ਨੁਕਸਾਨ ਹੁੰਦਾ। ਅਸੀਂ ਦੇਖਿਆ ਕਿ ਜਿਹੜਾ ਰੁੱਖ ਅੱਗ ਦੀ ਲਪੇਟ ਦੇ ਵਿੱਚ ਆ ਜਾਂਦਾ ਉਹ ਤੇ ਕਈ ਆਲ੍ਹਣੇ ਵੀ ਹੁੰਦੇ ਆ। ਸੋ ਇਹਨਾਂ ਚੀਜ਼ਾਂ ਕਰਕੇ ਇਹਨਾਂ ਜਿਹੜੇ ਉਪਾਅ ਨੇ ਜਾਂ ਸੁਝਾਅ ਨੇ, ਇਹਨਾਂ ਤੇ ਗੌਰ ਕਰਕੇ ਅਸੀਂ ਬਚ ਸਕਦੇ ਹਾਂ। ਕਿਸੇ ਵੀ ਵੀਰ ਨਾਲ ਇਹ ਸੁਨੇਹੇ ਜਿਹੜੇ ਸਾਂਝੇ ਜ਼ਰੂਰ ਕਰ ਲਿਓ। ਹਾਲਾਂਕਿ ਸਾਡੇ ਤੋਂ ਸਿਆਣੇ ਬੜੇ ਨੇ ਕਿਸਾਨ, ਕਈ ਵਾਰੀ ਪਹਿਲਾਂ ਵੱਢ ਕੇ ਰੱਖਦੇ ਨੇ ਕਣਕ ਹੇਠਾਂ ਤੋਂ, ਪਰ ਫਿਰ ਵੀ ਕਈ ਵਾਰੀ ਅਣਕਿਆਸੀਆਂ ਘਟਨਾਵਾਂ, ਅਨਐਕਸਪੈਕਟਡ ਐਕਸੀਡੈਂਟਸ ਵਾਪਰ ਜਾਂਦੇ ਆ। ਸੋ ਆਪਾਂ ਹਮੇਸ਼ਾ ਜਿਹੜਾ ਵਾ ਚੀਜ਼ਾਂ ਨੂੰ ਇਹਨਾਂ ਨੂੰ ਦੂਜਿਆਂ ਦੇ ਨਾਲ ਸਾਂਝਾ ਕਰੀਏ। ਕਈ ਵਾਰੀ ਸਾਡੇ ਕਿਸਾਨ ਭਰਾ ਖੇਤਾਂ ਦੇ ਵਿੱਚ ਚਾਹ ਕਰਦੇ ਆ ਤੇ ਚੁੱਲ੍ਹੇ ਦੇ ਵਿੱਚ ਮਿੱਟੀ ਪਾਉਣੀ ਭੁੱਲ ਜਾਂਦੇ, ਜਿੱਦਾਂ ਸਾਡੀਆਂ ਸਿਆਣੀਆਂ ਘਰਾਂ ਦੀਆਂ ਕਰਦੀਆਂ ਨੇ। ਤਾਂ ਉਹਨਾਂ ਤੇ ਵੀ ਧਿਆਨ ਰੱਖਿਆ ਕਰੀਏ ਆਪਾਂ ਸਾਰੇ ਕਿ ਜੇਕਰ ਖੇਤ ਦੇ ਵਿੱਚ ਚਾਹ ਚੂਹ ਬਣਾਈ ਆ ਤਾਂ ਚਾਹ ਪੀ ਕੇ ਜਦੋਂ ਆਪਾਂ ਬਰਤਨ ਸਾਫ਼ ਕਰਦੇ ਹਾਂ ਤੇ ਨਾਲ ਉਹ ਜਿਹੜਾ ਚੁੱਲ੍ਹਾ ਵਾ ਉਹ ਵੀ ਢੱਕ ਦਿੱਤਾ ਜਾਵੇ ਚੰਗੀ ਤਰ੍ਹਾਂ ਮਿੱਟੀ ਦੇ ਨਾਲ, ਤਾਂ ਜੋ ਇਹੋ ਜਿਹੀ ਅਣਸੁਖਾਵੀਂ ਘਟਨਾ ਜਿਹੜੀ ਹੈ ਨਾ ਵਾਪਰ ਸਕੇ। ਪ੍ਰੋਗਰਾਮ ਦੇ ਵਿੱਚ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰ ਲੈਂਦੇ ਹਾਂ ਸਾਡੇ ਅੱਜ ਦੇ ਸਪਾਂਸਰਸ ਦੇ ਉੱਤੇ ਜਿਨ੍ਹਾਂ ਦੇ ਜ਼ਰੀਏ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ। ਖਾਲਸਾ ਇੰਸ਼ੋਰੈਂਸ ਏਜੰਸੀ ਦੇ ਨਾਲ ਸੰਪਰਕ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਉਹਨਾਂ ਦਾ ਨੰਬਰ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਦੇ ਨਾਲ ਇਮੀਗ੍ਰੇਸ਼ਨ ਬਾਬਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। ਉਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਤਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੋਕਾਵਿਲ, ਹਰਨੇਕ ਸਿੰਘ ਪਾਬਲਾ ਇੰਡੀਅਨ ਕੁਜ਼ੀਨ ਵਾਲੇ ਰੈਂਟਨ ਤੋਂ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਧਰਮ ਸਿੰਘ ਬੇਕਰਸਫੀਲਡ, GN ਲਿਊਬ ਐਂਡ ਟਰੱਕ ਵਾਸ਼ ਆਇਲ ਚੇਂਜ, ਏਅਰ ਬ੍ਰੇਕ, ਨਵੇਂ ਪੁਰਾਣੇ ਟਾਇਰਾਂ ਦਾ ਲੈਣ ਦੇਣ ਜੇ ਕਰਨਾ ਤਾਂ ਨੀਮਾ ਸਹੂਲਤ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਉਹਨਾਂ ਦਾ ਨੰਬਰ ਹੈ 209-277-0113। ਅਜੀਤ ਅਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਨੰਬਰ ਹੈ ਵੈਸਟ ਕੋਸਟ ਟਰੱਕ ਸਕੂਲ ਵਾਲੇ, ਉਹਨਾਂ ਦਾ ਨੰਬਰ ਹੈ 559-800-800-0590। ਸੋ ਇੰਨੇ ਹੀ ਇੱਥੇ ਹੀ ਅਸੀਂ ਪ੍ਰੋਗਰਾਮ ਨੂੰ ਸਮਾਪਤ ਕਰਦੇ ਹਾਂ। ਅਗਲਾ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਸਾਡੇ ਰਾਜਕਰਮਵੀਰ ਸਿੰਘ ਜੀ, ਜਿਹੜੇ ਕਿ ਤੁਹਾਨੂੰ ਅਮਰੀਕਾ ਦੇ ਨਾਲ ਜੁੜੀਆਂ ਅਹਿਮ ਤੇ ਕੈਲੀਫੋਰਨੀਆ ਦੇ ਨਾਲ ਜੁੜੀਆਂ ਅਹਿਮ ਖਬਰਾਂ ਦੇ ਬਾਰੇ ਅਹਿਮ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ। ਸੋ ਮੈਨੂੰ ਪ੍ਰਵੀਨ ਸ਼ਰਮਾ ਨੂੰ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਮਿਲਦੇ ਹਾਂ ਇੱਕ ਵਾਰ ਫਿਰ ਥੋੜੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ।